ਨਾਲ ਨੇਹਾ ਮਨਹਾਸ। ਕਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਪੂਰੇ ਸੂਬੇ ਦੇ ਵਿੱਚ ਜੇ ਗੱਲ ਕਰੀਏ ਜਾਂ ਭਾਰਤ ਦੀ ਗੱਲ ਕਰੀਏ ਜਾਂ ਫਿਰ ਦੁਨੀਆ ਭਰ ਦੀ ਗੱਲ ਕਰੀਏ, ਆਏ ਦਿਨ ਕੇਸਿਸ ਦੁਗਣੀ ਰਫਤਾਰ ਨਾਲ ਜਿਹੜੇ ਹੈ ਵੱਧ ਰਹੇ ਹੈ। ਪੰਜਾਬ ਦੀ ਜੇ ਗੱਲ ਕਰੀਏ ਤੇ 11,000 ਤੋਂ ਵੱਧ ਜਿਹੜੇ ਕਰੋਨਾ ਪੋਜ਼ਿਟਿਵ ਪੇਸ਼ੈਂਟਸ ਦੇ ਜਿਹੜੇ ਕੇਸਿਸ ਆ ਚੁੱਕੇ ਸਾਹਮਣੇ, ਔਰ ਭਾਰਤ ਦਾ ਜਿਹੜਾ ਆંકੜਾ ਹੈ ਉਹ 12 ਲੱਖ ਤੋਂ ਉੱਪਰ ਪਾਰ ਕਰ ਚੁੱਕਾ ਹੈ। इस दौरान इस लॉकडाउन दे विच बहुत सारी इंडस्ट्री का नुकसान होया सी। हालांकि अनलॉक 2 जिहड़ा है वो चल रहा है, पर इस दौरान इस पेंडेमिक दे विच बहुत ज़्यादा नुकसान हर एक इंडस्ट्री ने देखा। और खासकर जे अपनी पंजाबी इंडस्ट्री की गल करिए, फिल्म इंडस्ट्री की गल करिए तो इस इंडस्ट्री ने भी बहुत नुकसान देखा है। शूटिंग जिहड़ियां है बिल्कुल बंद हो गई, सिनेमा थिएटर्स जिहड़े ने बंद ने और पता भी नहीं हजे कदों तक जिहड़े ये थिएटर्स ने या फिर सिनेमा घर ने बंद रहणगे। बीते दिन ही पंजाबी अदाकार रंजीत बावा, गिप्पी गरेवाल ते गुरप्रीत सिंह घुग्गी पंजाब दे ऑनरेबल जो चीफ सैकटरी ने मुख सकत्तर नाल उन्होंने मीटिंग की, गलबात की, और उस दौरान की गलबात हुई है और की नवीं गाइडलाइंस जो है वो इशू कीतियां जाणगियां, जारी की जाणगियां इस मीटिंग तो बाद, और की फायदा रहेगा साडे आर्टिस्ट नूं इन्हां दा। ये सब कुछ जानने दे लई साडे नाल रंजीत बावा जी साडे नाल जुड़े हुए हैं। रंजीत जी, तुहाडा बहुत बहुत स्वागत है जी। सत श्री अकाल नेहा जी एंड जगबाणी देख रहे सारिਆਂ ਨੂੰ बहुत सारा प्यार भरी सत श्री अकाल। सब तो पहले तो उम्मीद कर रहे तुसीं बिल्कुल सही सलामत होवोगे जी? बिल्कुल फिट फाइन। सो बीते दिन ही तुसीं पंजाब दे मुख सकत्तर नाल विनी महाजन जी नाल तुहाडी मुलाकात हुई। पूरी मुलाकात विच तुहाडी की गलबात हुई है उसनूं विस्तार विच जानना चाहांगे कि की उत्थे गल्लां होईयां ने और की डिसीजन जिहड़ा है वो सामने आया है। एक्चुअली नेहा जी ਪਹਿਲਾਂ ਤਾਂ ਲੋਕਡਾਊਨ ਜਿਹੜਾ ਆ ਪਹਿਲਾ 1-2 ਮੰਥ ਤਾਂ ਸਭ ਨੂੰ ਲੱਗਦਾ ਹੀ ਸੀਗਾ ਕਿ ਖੈਰ 10 ਕੁ ਦਿਨ ਹੋਊਗਾ, 20 ਦਿਨ ਹੋਊਗਾ, ਉਹਦੇ ਬਾਅਦ ਥੋੜਾ ਠੀਕ ਹੋ ਜਾਊਗਾ। ਪਰ ਮੈਨੂੰ ਲੱਗਦਾ ਕਿ ਜਿਹੜਾ ਆ 4 ਮਹੀਨੇ ਇਹਨੂੰ ਲੰਘ ਚੁੱਕੇ ਆ। ਔਰ ਫਿਲਹਾਲ ਕਿਉਂਕਿ ਜਿਹੜੀ ਫਿਲਮ ਇੰਡਸਟਰੀ ਆ ਇਹ ਵੀ ਇੱਕ ਤਰ੍ਹਾਂ ਦੀ ਇੰਡਸਟਰੀ ਆ, ਇਹਨੂੰ ਵੀ ਬਾਕੀ ਇੰਡਸਟਰੀ ਵਾਂਗ ਜਿੱਦਾਂ ਕਿ ਵੱਡੀਆਂ ਇੰਡਸਟਰੀਜ਼ ਹੁੰਦੀਆਂ ਉੱਦਾਂ ਹੀ ਇਹ ਇੰਡਸਟਰੀਜ਼ ਆ। ਸੋ ਅਸੀਂ ਕਾਫੀ ਆਪਣੇ ਤੌਰ ਤੇ ਸਾਰੇ ਕਲਾਕਾਰ, ਸਾਰੀਆਂ ਫੈਡਰੇਸ਼ਨ ਲਾ ਲਓ ਜਾਂ ਜਿੰਨੇ ਵੀ ਕਲਾਕਾਰ ਵੱਡੇ ਸੀਨੀਅਰ ਜਿੰਨੇ ਵੀ ਸਾਰੇ ਆਪਣੇ ਤੌਰ ਤੇ ਲੱਗੇ ਸੀ, ਮੀਟਿੰਗਸ ਕਰ ਰਹੇ ਸੀਗੇ। ਸੋ ਕੱਲ ਤੋਂ ਪਹਿਲਾਂ 2 ਦਿਨ ਪਹਿਲਾਂ ਸਾਡੇ ਅੰਕਲ ਮੰਤਰੀ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੂੰ ਅਸੀਂ ਅਪੀਲ ਕੀਤੀ ਪਹਿਲਾਂ ਕਿ ਅੰਕਲ ਕਿ ਇਹਦੇ ਬਾਰੇ ਵੀ ਕੁਝ ਸੋਚੋ ਕਿ ਸਾਡਾ ਜਿਹੜਾ ਫਿਲਮ ਲਾਈਨ ਦਾ ਜਿਹੜਾ ਕੰਮ ਆ ਕਿ ਉਹਦੇ ਨਾਲ ਪੰਜਾਬ ਦੇ ਕਲਾਕਾਰ ਤਾਂ ਫਿਰ ਵੀ ਕਿਤੇ ਨਾ ਕਿਤੇ ਸਰਵਾਈਵ ਕਰ ਜਾਣਗੇ। ਕਲਾਕਾਰਾਂ ਦੇ ਨਾਲ ਜਿਹੜੇ ਇੱਕ ਫਿਲਮ ਦੇ ਸੈੱਟ ਦੇ ਉੱਤੇ 200-250 ਬੰਦਾ ਕੰਮ ਕਰਦਾ ਜਾਂ ਇੱਕ ਟਾਈਮ ਤੇ 10-15 ਫਿਲਮਾਂ ਪੰਜਾਬ ਦੇ ਵਿੱਚ ਸ਼ੂਟ ਹੁੰਦੀਆਂ ਤੇ ਉਹਦੇ ਨਾਲ ਅਪਰੋਕਸੀਮੇਟਲੀ 30 ਤੋਂ 40 ਹਜ਼ਾਰ ਬੰਦੇ ਜਿਹੜੇ ਆ ਉਹ ਇਸ ਰੁਜ਼ਗਾਰ ਦੇ ਨਾਲ ਜੁੜੇ ਆ, ਭਾਵੇਂ ਉਹ ਐਡੀਟਰ ਆ, ਭਾਵੇਂ ਉਹ ਮਿਊਜ਼ਿਕ ਡਾਇਰੈਕਟਰ ਆ, ਭਾਵੇਂ ਉਹ ਕਲਾਕਾਰ ਆ ਜਾਂ ਲਾਈਟਮੈਨ ਆ ਜਾਂ ਵਟਐਵਰ ਜਿੰਨੇ ਵੀ ਕੰਮ ਕਰਦੇ ਆ। ਸੋ ਸਾਡਾ ਬੇਸਿਕਲੀ ਮਕਸਦ ਇਹ ਆ ਕਿ ਇੱਕ ਕੰਮ ਸਟਾਰਟ ਹੋਵੇ। ਸੋ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੱਲ ਜਿੱਦਾਂ ਸਾਡੀ ਸੀਐਮ ਸਾਹਿਬ ਨਾਲ ਜਿਹੜੀ ਵੀਸੀ ਦੌਰਾਨ ਗੱਲਬਾਤ ਹੋਈ ਵੀਡੀਓ ਕਾਨਫਰੰਸਿੰਗ ਦਾ ਕੈਬਨਿਟ ਦੇ ਬਾਅਦ, ਤੋਂ ਉਦੋਂ ਵੀ ਅਸੀਂ ਸੀਐਮ ਸਾਹਿਬ ਨੂੰ ਕਿਹਾ ਕਿ ਤੁਸੀਂ ਸਰ ਕੋਈ ਗਾਈਡਲਾਈਨ ਜਿਹੜੀਆਂ ਆ ਕੋਈ ਉਹ ਸਾਨੂੰ ਜਾਰੀ ਕਰ ਦਿਓ, ਕਿਉਂਕਿ ਸ਼ੂਟ ਦੌਰਾਨ ਜਿੱਦਾਂ ਪਿਛਲੇ ਹਫ਼ਤੇ ਜਿਹੜਾ ਗੁਰਨਾਮ ਸ਼ੂਟ ਕਰਦਾ ਸੀ ਭੁੱਲਰ, ਤਾਂ ਉਹਨੂੰ ਵੀ ਅਰੈਸਟ ਕਰ ਲਿਆ ਗਿਆ ਸੀ ਆਈ ਥਿੰਕ ਰਾਣੀ। ਤਾਂ ਸਾਨੂੰ ਉਹ ਸੀਗਾ ਕਿ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਕਰਕੇ ਸਾਰੇ ਕਲਾਕਾਰਾਂ ਦੇ ਵਿੱਚ ਇੱਕ ਸਹਿਮ ਜਿਹਾ ਸੀਗਾ ਕਿ ਜਦੋਂ ਤੁਸੀਂ ਸ਼ੂਟ ਕਰਦੇ ਹੋ ਤਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਕ ਕ੍ਰਿਊ ਹੁੰਦਾ ਆ, ਤਾਂ ਤੁਹਾਡਾ ਖਰਚਾ ਹੁੰਦਾ ਆ, ਤਾਂ ਇਵੇਂ ਨਾ ਹੋਵੇ ਕਿ ਫਿਰ ਕੋਈ ਸ਼ੂਟ ਸਟਾਰਟ ਕਰਨ ਦੀ ਕੋਸ਼ਿਸ਼ ਕਰੇ ਤਾਂ ਫਿਰ ਕਿਸੇ ਨੂੰ ਅਰੈਸਟ ਕਰ ਲਿਆ ਜਾਵੇ। ਤਾਂ ਉਹਦੇ ਨਾਲ ਸਾਰੀ ਇੰਡਸਟਰੀ ਦੇ ਵਿੱਚ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਸੀਗਾ ਕਿ ਕੋਈ ਵੀ ਸਟਾਰਟ ਕਰਨਾ ਜਿਹੜਾ ਉਹ ਕੌਨਫੀਡੈਂਸ਼ਲੀ ਸਟਾਰਟ ਨਹੀਂ ਸੀ ਕਰ ਪਾ ਰਿਹਾ। ਸੋ ਕੱਲ ਫਿਰ ਅਸੀਂ ਸੀਐਮ ਸਾਹਿਬ ਨੂੰ ਇਹ ਗੱਲ ਦੱਸੀ ਔਰ ਇਹ ਵੀ ਦੱਸਿਆ ਕਿ ਸਾਡਾ ਇੱਕ ਆਰਟਿਸਟ ਜਿਹੜਾ ਉਹ ਪਿਛਲੇ ਹਫ਼ਤੇ ਜਿਹੜਾ ਉਹਨਾਂ ਨੂੰ ਸ਼ੂਟਿੰਗ ਦੌਰਾਨ ਪ੍ਰੋਬਲਮ ਆਈ ਤੇ ਸਰ ਤੁਸੀਂ ਕੋਈ ਗਾਈਡਲਾਈਨ ਦਿਓ। ਤਾਂ ਉਹਨਾਂ ਨੇ ਇੰਸਟੈਂਟ ਸਾਨੂੰ ਕਿਹਾ ਕਿ ਤੁਸੀਂ ਚੀਫ ਸੈਕਟਰੀ ਸਾਹਿਬ ਨੂੰ ਮਿਲੋ ਔਰ ਉਹਨਾਂ ਨੂੰ ਕਿਹਾ ਕਿ ਮੈਮ ਤੁਸੀਂ ਇਹਨਾਂ ਦੀ ਗੱਲ ਸੁਣੋ। ਤਾਂ ਕੱਲ ਫਿਰ ਮੈਂ ਘੁੱਗੀ ਭਾਜੀ ਔਰ ਗਿੱਪੀ ਭਾਜੀ ਅਸੀਂ ਗਏ ਸੀ ਤੇ ਅਸੀਂ ਕਿਹਾ ਕਿ ਸਾਨੂੰ ਪਲੀਜ਼ ਤੁਸੀਂ ਕੋਈ ਨਾ ਕੋਈ ਗਾਈਡਲਾਈਨ ਦਿਓ ਕਿ ਅਸੀਂ ਵੀ ਕੰਮ ਆਪਣਾ ਸ਼ੁਰੂ ਕਰ ਸਕੀਏ। ਤਾਂ ਫਿਰ ਉਹਨਾਂ ਨੇ ਸਾਨੂੰ ਇਹ ਪੁੱਛਿਆ ਕਿ ਇੱਕ ਫਿਲਮ ਦੇ ਸ਼ੂਟ ਤੇ ਕਿੰਨੇ ਬੰਦੇ ਹੁੰਦੇ ਆ। ਤਾਂ ਵੈਸੇ ਤਾਂ ਜੇ ਤੁਸੀਂ ਕਿੰਨੀਆਂ ਸ਼ੂਟ ਤੇ ਆਏ ਹੋ ਤਾਂ ਤੁਸੀਂ ਦੇਖਿਆ ਹੀ ਆ ਕਿ ਇੱਕ ਫਿਲਮ ਦੀ ਸ਼ੂਟਿੰਗ ਤੇ 200-250 ਬੰਦਾ ਤਾਂ ਹੁੰਦਾ ਹੀ ਹੁੰਦਾ ਆ, ਅਲੱਗ-ਅਲੱਗ ਕੰਮ ਜਿਹੜਾ ਕਰਦਾ ਆ। ਸਾਨੂੰ ਉਹਨਾਂ ਕਿਹਾ ਕਿ ਜਿੱਦਾਂ ਵਿਆਹਾਂ ਦੇ ਵਿੱਚ 30 ਬੰਦੇ ਕੀਤੇ ਆ ਜਾਂ ਕੋਈ
ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ, ਭੋਗ ਦੇ ਉੱਤੇ 20 ਬੰਦੇ ਕੀਤੇ ਆ ਤਾਂ ਤੁਸੀਂ ਉਦਾਂ ਕਰ ਲਓ। ਤਾਂ ਸਾਡਾ ਕਹਿਣਾ ਸੀਗਾ ਕਿ ਇਹ ਇੱਕ ਇੰਡਸਟਰੀ ਆ, ਵਿਆਹ ਔਰ ਮਰਗ ਜਿਹੜਾ ਉਹ ਇੱਕ ਪਰਸਨਲ ਹੋ ਸਕਦਾ, ਬਟ ਇਹਦੇ ਤੇ 20-25 ਬੰਦਿਆਂ ਨਾਲ ਕੰਮ ਸਾਰ ਹੀ ਨਹੀਂ ਸਕਦਾ, ਕਿਉਂਕਿ ਫਿਲਮ ਦੇ ਉੱਤੇ ਤਾਂ 5 ਤੋਂ 10 ਬੰਦੇ ਤਾਂ ਕੈਮਰੇ ਦੇ ਤੇ ਹੀ ਹੁੰਦੇ ਆ, ਫੋਕਸ ਵਾਲੇ ਜਾਂ ਲਾਈਕ ਜੋ ਵੀ ਕੰਮ ਕਰਨ ਵਾਲੇ। ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਮਿਨੀਮਮ ਜਿਹੜੇ ਆ 50 ਤੋਂ 60 ਬੰਦਿਆਂ ਦਾ ਤੁਸੀਂ ਲਿਖ ਕੇ ਦਿਓ ਕਿ 50 ਤੋਂ 60 ਕਰਨ, ਔਰ ਉਹਦੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀ ਪ੍ਰੀਕਾਸ਼ਨ ਦੀ ਜ਼ਿੰਮੇਵਾਰੀ ਆ ਜਾਂ ਜਿਹੜਾ ਉੱਥੇ ਟੈਂਪਰੇਚਰ ਚੈੱਕ ਕਰੋ ਹਰ ਬੰਦੇ ਦਾ, ਕੋਸ਼ਿਸ਼ ਕਰੋ ਕਿ ਜਿੱਥੇ ਤੁਸੀਂ ਸ਼ੂਟ ਕਰ ਰਹੇ ਹੋ ਉੱਥੇ ਜ਼ਿਆਦਾ ਇਕੱਠ ਨਾ ਹੋਵੇ। ਲੋਕ ਜਦੋਂ ਪਿੰਡਾਂ ਦੇ ਵਿੱਚ ਸ਼ੂਟ ਕਰਦੇ ਹੋ ਤਾਂ ਪਿੰਡਾਂ ਦੇ ਵਿੱਚ ਲੋਕਾਂ ਦਾ ਇਕੱਠ ਬਹੁਤ ਹੋ ਜਾਂਦਾ। ਸੋ ਉਹ ਚੀਜ਼ਾਂ ਉਹਨਾਂ ਨੇ ਕਿਹਾ ਕਿ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਇੱਕ ਫਿਲਮ ਪ੍ਰੋਡਕਸ਼ਨ ਦੀ ਹੋਊਗੀ, ਪ੍ਰੋਡਕਸ਼ਨ ਹਾਊਸ ਦੀ ਹੋਊਗੀ, ਕਿ ਅਸੀਂ ਪਾਰਟਿਕੂਲਰ ਪੁਲਿਸ ਨੂੰ ਜਾਂ ਕਿਸੇ ਵੀ ਹੋਰ ਜਿਹੜੀ ਆ ਲਾਈਕ ਅਦਾਰੇ ਨੂੰ ਇਹਦੀ ਜ਼ਿੰਮੇਵਾਰੀ ਨਹੀਂ ਦਾਂਗੇ, ਇਹਦੀ ਜ਼ਿੰਮੇਵਾਰੀ ਤੁਹਾਡੀ ਹੋ। ਤੇ ਕੋਸ਼ਿਸ਼ ਕਰੋ ਕਿ ਇਹਨੂੰ ਰਿਸਪੌਂਸਿਬਿਲਿਟੀ ਨਾਲ ਮਾਸਕ ਹੋਣ ਸਾਰਿਆਂ ਦੇ ਪਾਏ, ਸੈਨੀਟਾਈਜ਼ ਕਰੋ ਸਾਰੇ ਇੱਕ ਦੂਜੇ ਨੂੰ, ਔਰ ਵਕਫਾ ਰੱਖੋ ਇੱਕ ਦੂਸਰੇ ਤੋਂ, ਔਰ ਕੋਸ਼ਿਸ਼ ਕਰੋ ਕਿ ਜਿਹਨੂੰ ਵੀ ਖਾਂਸੀ, ਬੁਖਾਰ, ਖੰਘ ਦੀ ਕੋਈ ਵੀ ਸ਼ਿਕਾਇਤ ਆ ਉਹਨੂੰ ਰੈਸਟ ਦਿਓ, ਔਰ ਕੋਸ਼ਿਸ਼ ਕਰੋ ਕਿ ਇਕੱਠ ਨਾ ਹੋਵੇ ਲੋਕਾਂ ਦਾ ਸ਼ੂਟ ਦੇਖਣ ਵਾਲਿਆਂ ਦਾ। ਸੋ ਅਸੀਂ ਉਹ ਸਾਰੀਆਂ ਗੱਲਾਂ ਉਹਨਾਂ ਨਾਲ ਜਿਹੜੀਆਂ ਸਹਿਮਤ ਕਰਕੇ ਆਏ ਹਾਂ। ਸੋ ਲੈਟਸ ਸੀ 1-2 ਦਿਨ ਦੇ ਵਿੱਚ ਉਹ ਜਿਹੜੀ ਆ ਮਨਜ਼ੂਰੀ ਸ਼ਾਇਦ ਦੇਣਗੇ ਜੀ। ਰਣਜੀਤ, ਲਾਕਡਾਊਨ ਨੂੰ ਖੁੱਲੇ ਤਾਂ ਕਾਫੀ ਹੁਣ ਸਮਾਂ ਹੋ ਚੁੱਕਿਆ ਹੈ, ਕਿਉਂਕਿ ਅਨਲੌਕ 2 ਦੇ ਵਿੱਚ ਆਪਾਂ ਚੱਲ ਰਹੇ ਹਾਂ। ਹਾਲਾਂਕਿ ਕਾਫੀ ਇੰਡਸਟਰੀਜ਼ ਜਿਹੜੀਆਂ ਹਜੇ ਹੋਰ ਵੀ ਬੰਦ ਨੇ, ਪਰ ਪੰਜਾਬੀ ਇੰਡਸਟਰੀ ਨੂੰ ਮੈਨੂੰ ਲੱਗਦਾ ਲਗਭਗ 4 ਹਫ਼ਤੇ ਪਹਿਲੇ ਜਾਂ 1.5 ਮਹੀਨੇ ਪਹਿਲੇ ਪੰਜਾਬ ਦੇ ਸੀਐਮ ਵੱਲੋਂ ਜੋ ਹੈ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਕਿ ਤੁਸੀਂ ਸ਼ੂਟਿੰਗ ਕਰ ਸਕਦੇ ਹੋ। ਇਹ ਮੁੱਦਾ ਲੈ ਕੇ ਜਾਣ ਦਾ ਹੁਣ ਮਤਲਬ ਤੁਸੀਂ ਪਹਿਲਾਂ ਵੀ ਕੀ ਟਰਾਈ ਕੀਤੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਤੁਹਾਡੀ ਜਿਹੜੀ ਹੈ ਗੱਲਬਾਤ ਹੋ ਸਕੇ, ਜਾਂ ਇਹ ਪਹਿਲੀ ਟਰਾਈ ਸੀ, ਪਹਿਲੀ ਕੋਸ਼ਿਸ਼ ਸੀ? ਨਹੀਂ, ਇਸ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਅਲੱਗ-ਅਲੱਗ ਆਪਣੇ ਤਰੀਕੇ ਦੇ ਨਾਲ ਸਾਰੇ ਲੱਗੇ ਹੋਏ ਸੀ, ਭਾਵੇਂ ਕੋਈ ਫੈਡਰੇਸ਼ਨ ਸੀ ਜਾਂ ਜਿਹੜੀ ਕੋਈ ਸੰਸਥਾ ਬਣੀ ਹੋਈ ਆ। ਸ਼ਾਇਦ ਸੁਣਨ ਚ ਆਇਆ ਸੀਗਾ ਕਿ ਉਹਨਾਂ ਨੇ ਆਪਣੀ ਅਪੀਲ ਜਿਹੜੀ ਆ ਮੁੱਖ ਮੰਤਰੀ ਸਾਹਿਬ ਤੱਕ ਰੱਖੀ ਸੀਗੀ, ਪਰ ਮੈਨੂੰ ਲੱਗਦਾ ਕਿ ਸੀਐਮ ਸਾਹਿਬ ਨੇ ਇੱਕ ਲਾਈਵ ਦੌਰਾਨ ਸ਼ਾਇਦ ਇਹ ਗੱਲ ਕੀਤੀ ਸੀਗੀ ਕਿ ਸ਼ੂਟਿੰਗ ਵੀ ਕਰ ਸਕਦੇ ਹੋ, ਬਟ ਉਹਦੀ ਕੋਈ ਇੱਕ ਜਿੰਨੀ ਦੇਰ ਕੋਈ ਸਰਕਾਰ ਇੱਕ ਪ੍ਰੋਪਰ ਜਿਹੜਾ ਆ ਨਿਰਦੇਸ਼ ਜਾਰੀ ਨਹੀਂ ਕਰਦੀ, ਜਾਂ ਸਰਕਾਰ ਜਿਹੜਾ ਆ ਆਦੇਸ਼ ਜਾਰੀ ਨਹੀਂ ਕਰਦੀ ਆਪਣੇ ਲਾਈਕ ਡੀਸੀ ਸਾਹਿਬ ਨੂੰ, ਐਸਡੀਐਮ ਸਾਹਿਬ ਨੂੰ, ਤਾਂ ਮੈਨੂੰ ਲੱਗਦਾ ਕਿ ਉਨੀ ਦੇਰ ਜਿਹੜੀ ਆ ਉਹ ਗੱਲ ਵਰਬਲੀ ਕਿਤੇ ਉਨੀ ਜ਼ਿਆਦਾ ਕੌਨਫੀਡੈਂਸ਼ੀਅਲ ਨਹੀਂ ਹੁੰਦੀ। ਸੋ ਸਾਡਾ ਮੇਨ ਮਕਸਦ ਸੀਗਾ ਉਹਨਾਂ ਕੋਲ ਬੈਠ ਕੇ ਉਹ ਜਿਹੜਾ ਇੱਕ ਪ੍ਰੋਪਰ ਉਹਨਾਂ ਤੋਂ, ਜਿੱਦਾਂ ਕੱਲ ਸੀਐਮ ਸਾਹਿਬ ਨੇ ਟਵੀਟ ਕੀਤਾ, ਸੀਐਮ ਸਾਹਿਬ ਨੇ ਆਪਣੇ ਪੋਸਟ ਪਾਈ ਆ, ਸੋ ਉਹਦੇ ਨਾਲ ਜਿਹੜਾ ਆ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਕੱਲ ਦਾ ਹੀ ਬਹੁਤ ਵਧੀਆ ਇੱਕ ਲਾਈਕ ਕੌਨਫੀਡੈਂਸ ਜਿਹਾ ਆਇਆ ਹੈ ਸਾਰਿਆਂ ਦੇ ਵਿੱਚ, ਔਰ ਸਾਰਿਆਂ ਨੂੰ ਹੁਣ ਹੋਇਆ ਕਿ ਯਾਰ ਸ਼ੂਟ ਹੋ ਸਕਦੀ ਹੈ, ਕਿਉਂਕਿ ਗਾਣਿਆਂ ਦਾ ਵੀ ਸ਼ੂਟ ਬਹੁਤ ਰੁਕਿਆ ਪਿਆ ਆ, ਔਰ ਜਿੱਦਾਂ ਮੈਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਦਾ ਕੰਮ ਰੁਕਿਆ ਪਿਆ। ਸੋ ਇਸ ਤੋਂ ਪਹਿਲਾਂ ਜਿਹੜਾ ਸੀਗਾ ਉਹ ਕੋਈ ਬਹੁਤਾ ਲਾਈਕ ਇੱਕ ਇੰਨੇ ਲੈਵਲ ਤੇ ਨਹੀਂ ਸੀਗੀ ਗੱਲਬਾਤ ਹੋਈ। ਉਹ ਸੀਐਮ ਸਾਹਿਬ ਨੇ ਸ਼ਾਇਦ ਕਲੈਰੀਫਿਕੇਸ਼ਨ ਨਹੀਂ ਸੀ ਇੱਕ ਪ੍ਰੋਪਰ ਜੀ, ਜਿੱਦਾਂ ਕੱਲ ਥੋੜਾ ਜਿਹਾ ਕਲੈਰੀਫਾਈ ਉਹਨਾਂ ਨੇ ਸਾਨੂੰ, ਜਦੋਂ ਅਸੀਂ ਉਹਨਾਂ ਨਾਲ ਵੀਡੀਓ ਕਾਨਫਰੰਸ ਕਰਦੇ ਸੀ ਉਦੋਂ ਵੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਕਰ ਸਕਦੇ ਹੋ, ਔਰ ਸੀਐਮ ਸਾਹਿਬ ਨੇ ਇਹ ਵੀ ਕਿਹਾ ਕਿ ਵਧੀਆ ਫਿਲਮਾਂ ਬਣਾਓ, ਔਰ ਅਸੀਂ ਸਾਡੇ ਲਈ ਇਹ ਵੀ ਬੜੀ ਵਧੀਆ ਗੱਲ ਸੀ ਬਣਨ ਵਾਲੀ ਜੀ। ਰਣਜੀਤ, ਕੀ ਉੱਥੇ ਇਹ ਗੱਲ ਵੀ, ਕਿਉਂਕਿ ਹੁਣ ਗਾਣਿਆਂ ਦੇ ਵਿੱਚ 19 ਕਰੋੜ ਦੀ ਤਾਂ ਲੋੜ ਨਹੀਂ ਹੈ ਜਿੰਨੀ ਇੱਕ ਫਿਲਮ ਬਣਾਉਣ ਦੇ ਵਿੱਚ ਹੁੰਦੀ ਹੈ, ਸੋ ਕੀ ਤੁਸੀਂ ਇਹ ਮੰਗ ਕੀਤੀ ਕਿ ਜਿਹੜੀ ਪ੍ਰੋਪਰ ਗਾਈਡਲਾਈਨਸ ਬਣੀਆਂ ਜਾਂ ਉਹਨਾਂ ਨੂੰ ਪਤਾ ਚੱਲੇ ਕਿ ਗਾਣਾ ਜਦੋਂ ਸ਼ੂਟ ਕਰਨਾ ਹੈ ਤੇ ਉਹਦੇ ਵਿੱਚ ਕਿੰਨੇ ਕਰੂ ਮੈਂਬਰਸ ਹੋ ਸਕਦੇ ਆ, ਤੇ ਜਦੋਂ ਫਿਲਮ ਆਪਾਂ ਸ਼ੂਟ ਕਰਨੀ ਹੈ ਤਾਂ ਉਹਦੇ ਵਿੱਚ ਕਿੰਨੇ ਹੋ ਸਕਦੇ ਆ? ਗਾਣੇ ਦੇ ਵਿੱਚ ਤਾਂ ਹੁੰਦੇ ਹੀ 20-25 ਜਾਣੇ ਆ, ਗਾਣੇ ਦੇ ਵਿੱਚ ਤਾਂ ਬਹੁਤਾ ਲੰਮਾ ਚੌੜਾ ਕੰਮ ਹੁੰਦਾ ਵੀ ਨਹੀਂ ਆ। ਗਾਣੇ ਦਾ ਤੁਸੀਂ ਜਾਂਦੇ ਰਹਿੰਦੇ ਆ ਸ਼ੂਟ ਦੇ ਉੱਤੇ। ਫਿਲਮ ਦਾ ਇਹ ਹੁੰਦਾ ਕਿ ਫਿਲਮ ਦੇ ਉੱਤੇ ਵੈਨਿਟੀਜ਼ ਹੁੰਦੀਆਂ ਆ, ਹਰ ਆਰਟਿਸਟ ਦੇ ਨਾਲ 2-4 ਲੋਕ ਹੁੰਦੇ ਆ, ਇੱਕ ਵੱਡੀ ਜੇ ਸਟਾਰ ਕਾਸਟ ਆ ਤੇ ਉਹਦਾ ਆਪਦਾ ਹੀ ਤੁਸੀਂ 5-7 ਕਲਾਕਾਰ ਹੁੰਦੇ ਹੋ। ਗਾਣੇ ਦਾ ਤਾਂ ਕਿ ਇੱਕ ਸਿੰਗਰ ਆ, ਇੱਕ ਮਾਡਲ ਆ, ਤਾਂ ਇੱਕ ਵੀਡੀਓ ਡਾਇਰੈਕਟਰ ਆ, ਤਾਂ ਉਹ 10-15 ਜਾਣਿਆਂ ਨਾਲ ਲਾਈਕ ਈਜ਼ੀਲੀ ਸਰ ਜਾਂਦਾ ਆ। ਪਰ ਫਿਲਮ ਦਾ ਥੋੜਾ ਜਿਹਾ ਕੰਮ ਬਹੁਤ ਟੈਕਨੀਕਲੀ ਬਹੁਤ ਜ਼ਿਆਦਾ ਕੰਮ ਸਟਰੋਂਗ ਹੁੰਦਾ। ਸੋ ਬੇਸਿਕ ਮੇਨ ਮਕਸਦ ਸੀਗਾ ਕਿ ਜਿਹੜਾ ਫਿਲਮਾਂ ਦਾ ਸ਼ੂਟ ਸਟਾਰਟ ਕੀਤਾ ਜਾਵੇ, ਗਾਣਿਆਂ ਦਾ ਕਿਤੇ ਨਾ ਕਿਤੇ ਫਿਰ ਵੀ ਚੱਲੀ ਜਾਂਦਾ ਸੀਗਾ, ਕੋਈ ਲੋਕਲ ਪਰਮਿਸ਼ਨ ਲੈ ਲੈਂਦਾ ਸੀਗਾ, ਜਾਂ ਕੋਈ ਲੋਕਲ ਆਪਣਾ ਕੋਈ ਐਸਐਸਪੀ ਸਾਹਿਬ ਤੋਂ ਜਾਂ ਡੀਸੀ ਸਾਹਿਬ ਤੋਂ ਲਿਖਵਾ ਲੈਂਦੇ ਸੀਗੇ, ਕਿਉਂਕਿ ਗਾਣੇ ਦਾ ਕੋਈ ਬਹੁਤਾ ਵੱਡਾ ਕੰਮ ਨਹੀਂ ਹੁੰਦਾ। ਫਿਲਮ ਦਾ ਇਹ ਹੁੰਦਾ ਕਿ ਫਿਲਮ ਇੱਕ ਕੰਟੀਨਿਊਸਲੀ 30 ਡੇਜ਼ 40 ਡੇਜ਼ ਸ਼ੂਟ ਹੋਣਾ ਹੁੰਦਾ। ਸੋ ਉਹਦੇ ਲਈ ਥੋੜਾ ਜਿਹਾ ਜ਼ਿਆਦਾ ਸਟ੍ਰਿਕਟਲੀ ਸਾਨੂੰ
ਫੋਲੋ ਕਰਨਾ ਪੈਣਾ ਸੀ ਇਸ ਚੀਜ਼ ਨੂੰ। ਜੀ ਰਣਜੀਤ, ਪਰ ਹੁਣ ਜਿੱਦਾਂ ਸ਼ੂਟਿੰਗਸ ਤੁਹਾਨੂੰ ਪਰਮਿਸ਼ਨ ਜਿਹੜੀ ਹੈ ਦੁਬਾਰਾ ਮਿਲ ਜਾਏਗੀ ਔਰ ਨਵੀਆਂ ਜਿਹੜੀਆਂ ਗਾਈਡਲਾਈਨਸ ਹੈ, ਹਾਲਾਂਕਿ ਪਰਮਿਸ਼ਨ ਤਾਂ ਮਿਲ ਚੁੱਕੀ ਹੈ, ਗਾਈਡਲਾਈਨਸ ਜਿਹੜੀਆਂ ਨਵੀਆਂ ਉਹ ਬਿਲਕੁਲ ਜਦੋਂ ਜਾਰੀ ਹੋਣਗੀਆਂ ਉਸ ਤੋਂ ਬਾਅਦ ਪ੍ਰੋਪਰ ਵੇ ਨਾਲ ਤੁਸੀਂ ਜਿਹੜੀ ਹੈ ਸ਼ੂਟਿੰਗ ਸਟਾਰਟ ਕਰ ਪਾਓਗੇ। ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖਿਆ ਕਿ ਇੱਕ ਪੰਜਾਬੀ ਇੰਡਸਟਰੀ ਦਾ ਰੁਝਾਨ ਇਹ ਬਣਿਆ ਹੈ ਕਿ ਅਸੀਂ ਸ਼ੂਟਿੰਗਸ ਜਿਹੜੀਆਂ ਹੈ ਉਹ ਪੂਰੀ ਦੀ ਪੂਰੀ ਟੀਮ ਲੈ ਕੇ, ਕਰੂ ਲੈ ਕੇ ਆਪਣਾ ਬਾਹਰ ਜਿਹੜੀ ਹੈ ਬਾਹਰ ਦੀ ਲੋਕੇਸ਼ਨ 'ਤੇ ਸ਼ੂਟ ਕੀਤਾ ਜਾਂਦਾ ਹੈ। ਸੋ ਕੀ ਉਹ ਚੀਜ਼ਾਂ ਦਾ ਹੁਣ ਕਿਸ ਤਰ੍ਹਾਂ ਫਰਕ ਪਏਗਾ ਔਰ ਜ਼ਿਆਦਾ ਖਾਸਾ ਰੁਝਾਨ ਬਾਹਰ ਜਾਣ ਦਾ ਅੱਜ ਕੱਲ੍ਹ ਕਿਉਂ ਹੋ ਗਿਆ ਕਿ ਆਰਟਿਸਟ ਜਿਹੜੇ ਹੈ ਉਹ ਟਰਾਈ ਕਰਦੇ ਕਿ ਬਾਹਰ ਦੀ ਲੋਕੇਸ਼ਨ ਜਾਂ ਜਿਹੜੀ ਟੀਮ ਡਿਸਾਈਡ ਕਰਦੀ ਹੈ ਜਾਂ ਫਿਰ ਪੂਰੀ ਟੀਮ ਦਾ ਹੁੰਦਾ ਕਿ ਅਸੀਂ ਬਾਹਰ ਜਾ ਕੇ ਸ਼ੂਟ ਕਰੀਏ? ਨਹੀਂ ਦੇਖੋ, ਮੈਂ ਤੁਹਾਨੂੰ ਦੱਸ ਹੀ ਦਿੰਦਾ ਕਿ ਕੀ ਹੁੰਦਾ ਕਿ ਜਦੋਂ ਅਸੀਂ ਕੋਈ ਵੀ ਬੰਦਾ ਇਨਵੈਸਟਰ ਹੁੰਦਾ ਆ, ਪ੍ਰੋਡਿਊਸਰ ਹੁੰਦਾ ਆ, ਯੂਕੇ ਦੇ ਵਿੱਚ ਮੋਸਟਲੀ ਸਾਡੀਆਂ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਹਿ ਸਕਦੇ ਹੋ 60-70% ਫਿਲਮਾਂ ਜਿਹੜੀਆਂ ਸ਼ੂਟ ਹੋ ਰਹੀਆਂ ਯੂਕੇ ਦੇ ਵਿੱਚ, ਬਿਕੋਜ਼ ਕਿਉਂਕਿ ਉੱਥੇ ਸਬਸਿਡੀ ਮਿਲ ਰਹੀ ਆ। ਤੁਸੀਂ ਮੰਨ ਲਓ ਇਨਵੈਸਟ ਕਰਦੇ ਹੋ 2-3-4 ਕਰੋੜ ਰੁਪਇਆ ਇਨਵੈਸਟ ਕਰਦੇ ਹੋ ਤਾਂ ਕਿਤੇ ਨਾ ਕਿਤੇ ਤੁਹਾਨੂੰ ਜਿਹੜਾ ਆ ਉਹਦਾ 50% 40% ਜਾਂ ਜਿੰਨਾ ਵੀ ਤੁਹਾਡੀ ਕਿਤੇ ਨਾ ਕਿਤੇ ਰਿਕਵਰੀ ਹੋ ਜਾਂਦੀ ਆ। ਸੋ ਮੈਨੂੰ ਲੱਗਦਾ ਪ੍ਰੋਡਿਊਸਰ ਦੀ ਉਹ ਵੀ ਇੱਕ ਸੋਚ ਹੁੰਦੀ ਹੈ ਕਿ ਤੁਸੀਂ ਸਟੋਰੀ ਜਿਹੜੀ ਆ ਉਹ ਇੱਕ ਯੂਕੇ ਜਾਂ ਬਾਹਰ ਕਿਤੇ ਵੀ ਹੋ ਜੂਗੀ, ਇੱਕ ਥੋੜਾ ਜਿਹਾ ਫਿਲਮ ਰਿਚ ਵੀ ਲੱਗਦੀ ਆ। ਔਰ ਕਿਤੇ ਨਾ ਕਿਤੇ ਅੱਜ ਦੀ ਡੇਟ 'ਚ ਜੇ ਪੰਜਾਬੀ ਫਿਲਮਾਂ ਇੱਕ ਸਾਲ ਦੇ ਵਿੱਚ 50-60 ਜਿੰਨੀਆਂ ਵੀ ਰਿਲੀਜ਼ ਹੁੰਦੀਆਂ ਉਹਦੇ ਵਿੱਚੋਂ 5 ਜਾਂ 7 ਫਿਲਮਾਂ 10 ਫਿਲਮਾਂ ਮੈਕਸਿਮਮ ਵਰਕ ਕਰਦੀਆਂ, ਬਾਕੀ ਕਿਤੇ ਨਾ ਕਿਤੇ ਐਵਰੇਜ ਰਹਿ ਜਾਂਦੀਆਂ ਜਾਂ ਫਲॉप ਹੋ ਜਾਂਦੀਆਂ। ਸੋ ਕਿਤੇ ਨਾ ਕਿਤੇ ਇੱਕ ਨਵੇਂ ਪ੍ਰੋਡਿਊਸਰ ਨੂੰ ਇਹ ਹੁੰਦਾ ਕਿ ਯਾਰ ਤੁਸੀਂ ਇੰਨਾ ਰਿਸਕ ਲੈਣਾ 2-4 ਕਰੋੜ ਰੁਪਏ ਦਾ, ਤਾਂ ਜੇ ਤੁਸੀਂ 2-4 ਕਰੋੜ ਲਾ ਕੇ 1.5-2 ਕਰੋੜ ਤੁਹਾਡਾ ਪਹਿਲਾਂ ਹੀ ਤੁਹਾਡੇ ਕੋਲ ਆ ਜਾਵੇ ਤਾਂ ਕਿਤੇ ਨਾ ਕਿਤੇ ਤੁਸੀਂ ਸੇਫ ਸਾਈਡ ਹੋ। ਤੇ ਔਰ ਯੂਕੇ ਦੇ ਵਿੱਚ ਹਿੰਦੀ ਫਿਲਮਾਂ ਵੀ ਲਾਈਕ ਅਸੀਂ ਜਦੋਂ ਡੈਡੀ ਕੂਲ ਮੁੰਡੇ ਫੁੱਲ ਸ਼ੂਟ ਕਰਦੇ ਸੀ ਤਾਂ ਇੱਕ ਟਾਈਮ ਦੇ ਉੱਤੇ ਜਿਹੜਾ ਸੁਣਨ ਚ ਆਇਆ ਸੀਗਾ ਕਿ 22 ਮੂਵੀਜ਼ ਜਿਹੜੀਆਂ ਸ਼ੂਟ ਹੋ ਰਹੀਆਂ ਸੀ ਯੂਕੇ ਦੇ ਵਿੱਚ, ਭਾਵੇਂ ਉਹ ਮਰਾਠੀ ਸੀ, ਭਾਵੇਂ ਉਹ ਤਾਮਿਲ ਸੀ, ਭਾਵੇਂ ਉਹ ਬਾਲੀਵੁੱਡ ਸੀ, ਭਾਵੇਂ ਉਹ ਸਾਡੀ ਪੰਜਾਬੀ ਸੀ। ਲਾਈਕ ਹਰ ਇੰਡਸਟਰੀ ਨੂੰ ਇਹ ਹੁੰਦਾ ਕਿ ਯਾਰ ਰਿਕਵਰੀ ਹੋ ਜਾਵੇ। ਪ੍ਰੋਡਿਊਸਰ ਦੀ ਇੱਕ ਫਿਲਮ ਦੇ ਵਿੱਚ ਰਿਕਵਰੀ ਹੋਊਗੀ ਤਾਂ ਉਹ ਅਗਲੀਆਂ 2 ਫਿਲਮਾਂ ਬਾਰੇ ਸੋਚ ਸਕਦਾ ਆ। ਅਗਰ ਇੱਕ ਫਿਲਮ ਦੇ ਵਿੱਚ ਉਹਦਾ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਆ ਤਾਂ ਮੈਨੂੰ ਲੱਗਦਾ ਕਿ ਫਿਰ ਨਵੇਂ ਪ੍ਰੋਡਿਊਸਰਸ ਲਈ ਜਾਂ ਜਿਹੜੇ ਪ੍ਰੋਡਕਸ਼ਨ ਹਾਊਸ ਸੈੱਟ ਹੋ ਚੁੱਕੇ ਆ ਉਹਨਾਂ ਲਈ ਕਿਤੇ ਨਾ ਕਿਤੇ ਔਖਾ ਹੋ ਸਕਦਾ। ਸੋ ਮੇਨ ਮਕਸਦ ਥੋੜਾ ਜਿਹਾ ਇਹ ਵੀ ਆ ਕਿ ਬਾਹਰ ਥੋੜਾ ਜਿਹਾ ਰਿਕਵਰੀ ਛੇਤੀ ਹੋ ਜਾਂਦੀ ਹੈ। ਰਣਜੀਤ, ਕੀ ਇਸ ਬਾਬਤ ਤੁਸੀਂ ਸਾਡੇ ਜਿੱਦਾਂ ਤੁਹਾਡੀ ਸੀਐਮ ਸਾਹਿਬ ਨਾਲ ਵੀ ਵੀਡੀਓ ਕਾਨਫਰੰਸਿੰਗ ਤੇ ਮੀਟਿੰਗ ਹੋਈ ਹੈ ਔਰ ਜਿਹੜੇ ਸਾਡੇ ਮੁੱਖ ਸਕੱਤਰ ਹੈ ਪੰਜਾਬ ਦੇ ਨਾਲ ਵੀ ਗੱਲਬਾਤ ਹੋਈ, ਕਿ ਤੁਸੀਂ ਉੱਥੇ ਹੀ ਗੱਲ ਕੀਤੀ ਹੈ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਸਾਡੀ ਪੰਜਾਬੀ ਇੰਡਸਟਰੀ ਦੇ ਫਿਲਮ ਇੰਡਸਟਰੀ ਨਾਲ ਜੋ ਹੈ ਉਹਨਾਂ ਵੱਲ ਵੀ ਥੋੜਾ ਜਿਹਾ ਧਿਆਨ ਜਿਹੜਾ ਹੈ ਦੇਣਾ ਚਾਹੀਦਾ ਔਰ ਜੋ ਸਹੂਲਤਾਂ ਤੁਹਾਨੂੰ ਬਾਹਰ ਜਾ ਕੇ ਮਿਲ ਰਹੀਆਂ, ਜੋ ਫਾਇਦੇ ਬਾਹਰ ਜਾ ਕੇ ਹੋ ਰਹੇ ਨੇ, ਇੱਥੇ ਵੀ ਉਹ ਥੋੜੇ ਜਿਹੇ ਪ੍ਰੋਵਾਈਡ ਕਰਾਉਣੇ ਚਾਹੀਦੇ ਨੇ? ਨਹੀਂ, ਇਸ ਮਸਲੇ ਤੇ ਗੱਲ ਕੋਈ ਨਹੀਂ ਹੋਈ ਫਿਲਹਾਲ। ਤਾਂ ਸਾਡਾ ਬੇਸਿਕਲੀ ਮੋਟਿਵ ਇਹ ਸੀਗਾ ਕਿ ਸ਼ੂਟ ਸਟਾਰਟ ਹੋਵੇ, ਕਿਉਂਕਿ ਬਹੁਤ ਸਾਰੀਆਂ ਫਿਲਮਸ ਰੁਕੀਆਂ ਪਈਆਂ, ਬਹੁਤ ਸਾਰੀਆਂ ਫਿਲਮਸ ਦੀਆਂ ਸ਼ੂਟਿੰਗਸ ਜਿਹੜੀਆਂ ਆ ਉਹ 50% ਹੋਈਆਂ, 50% ਰਹਿ ਗਈਆਂ। ਸੋ ਉਹਦੇ ਨਾਲ ਕਿਤੇ ਕਿਤੇ ਕੰਪਲੀਟ ਹੋਵੇ। ਮੈਨੂੰ ਲੱਗਦਾ ਕਿ ਬਾਹਰ ਥੋੜਾ ਜਿਹਾ ਜਿੱਦਾਂ ਹੁਣ ਵੀ ਰਿਸੈਸ਼ਨ ਆਉਣ ਵਾਲਾ ਆ, ਤੁਸੀਂ ਦੇਖ ਰਹੇ ਹੋ ਕਿ ਲਾਕਡਾਊਨ ਦੇ ਵਿੱਚ ਸਾਰੇ ਬਿਜ਼ਨਸ ਜਿਹੜੇ ਆ ਉਹ ਫਿਰ ਸਟਾਰਟ ਤੋਂ ਆਈ ਥਿੰਕ ਸਟਾਰਟ ਕਰਨੇ ਪੈਣ ਜ਼ੀਰੋ ਤੋਂ ਹੀ। ਸੋ ਬਾਹਰ ਦਾ ਥੋੜਾ ਜਿਹਾ ਉਹ ਕੰਟਰੀਜ਼ ਜਿਹੜੀਆਂ ਆ ਫੈਸਿਲਿਟੀਜ਼ ਵੀ ਜ਼ਿਆਦਾ ਦਿੰਦੀਆਂ। ਸੋ ਹੋਮ ਜਿੱਥੇ ਤੁਸੀਂ ਹੁੰਦੇ ਹੋ, ਇੱਕ ਹਿਸਾਬ ਦਾ ਕਿ ਘਰ ਦੇ ਵਿੱਚ ਤੁਹਾਨੂੰ ਉਹ ਚੀਜ਼ਾਂ ਕਿਉਂਕਿ ਇੱਥੇ ਤੁਹਾਡਾ ਘਰ ਆ, ਤੁਹਾਨੂੰ ਕੋਈ ਬਹੁਤੀ ਪ੍ਰੋਬਲਮ ਨਹੀਂ ਹੁੰਦੀ। ਹਰ ਆਰਟਿਸਟ ਨੂੰ ਈਜ਼ੀ ਆ ਆਪਣੇ ਪੰਜਾਬ ਦੇ ਵਿੱਚ ਸ਼ੂਟ ਕਰਨਾ। ਸੋ ਮੇਰੇ ਲਈ ਮੈਨੂੰ ਲੱਗਦਾ ਕਿ ਸਰਕਾਰ ਜਦੋਂ ਤੁਹਾਨੂੰ ਇੱਥੇ ਸ਼ੂਟ ਕਰਨ ਲਈ ਦੇ ਰਹੀ ਆ ਫ੍ਰੀ ਆਫ ਕਾਸਟ, ਕੋਈ ਤੁਹਾਨੂੰ ਕਾਸਟ ਨਹੀਂ ਦੇਣੀ ਪੈਂਦੀ। ਬਾਹਰ ਤਾਂ ਫਿਰ ਵੀ ਲੋਕੇਸ਼ਨ ਦੀ ਤੁਹਾਨੂੰ ਕਾਸਟ ਦੇਣੀ ਪੈਂਦੀ ਆ। ਜੇ ਤੁਸੀਂ ਕੈਫੇ ਦੇ ਵਿੱਚ ਵੀ ਸ਼ੂਟ ਕਰਨਾ ਤਾਂ ਵੀ ਤੁਹਾਨੂੰ ਪੇ ਕਰਨਾ ਪੈਣਾ, ਜੇ ਤੁਸੀਂ ਉੱਥੇ ਰੋਡ ਤੇ ਸ਼ੂਟ ਕਰਨਾ ਤਾਂ ਵੀ ਤੁਹਾਨੂੰ ਪੇ ਕਰਨਾ ਪੈਣਾ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਚੀਜ਼ਾਂ ਦਾ ਵੀ ਬੈਨੀਫਿਟ ਹੈਗੇ ਆ ਪੰਜਾਬ ਦੇ ਵਿੱਚ ਕਿ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਨਹੀਂ ਕਰਨਾ ਪੈਂਦਾ, ਕਿ ਤੁਸੀਂ ਇੱਕ ਤੇ ਸ਼ੂਟ ਕਰ ਸਕਦੇ ਹੋ। ਅਜੇ ਉਹ ਗੱਲਬਾਤ ਹੋਈ ਨਹੀਂ, ਫਰਦਰ ਦੇਖੋ ਕੋਈ ਸੀਨੀਅਰ ਕਲਾਕਾਰ ਜਾਂ ਹੋਰ ਜਿਹੜੇ ਸੀਨੀਅਰ ਪ੍ਰੋਡਕਸ਼ਨ ਹਾਊਸ ਆ ਉਹ ਇਸ ਮਸਲੇ 'ਚ ਗੱਲ ਕਰਨਗੇ ਤਾਂ ਬੈਟਰ ਆ। ਰਣਜੀਤ, ਤੁਹਾਡੀ ਕਿੰਨੀਆਂ ਫਿਲਮਾਂ ਸੀ ਜੋ ਇਸ ਸਾਲ ਜੋ ਤੁਸੀਂ ਸ਼ੂਟ ਕਰ ਰਹੇ ਸੀ ਜਿਹੜੀਆਂ ਅੱਧ ਵਿੱਚ ਰੁਕਣੀਆਂ ਪਈਆਂ ਯਾਰ ਇਸ ਸਾਲ ਜਿਹੜੀ ਰਿਲੀਜ਼ ਹੋਣੀਆਂ ਸੀ? ਸਾਡੀ ਇੱਕ ਤਾਂ ਡੈਡੀ ਕੂਲ ਮੁੰਡੇ ਫੂਲ 2 ਜਿਹੜੀ ਸੈਕਿੰਡ ਪਾਰਟ ਸੀਗਾ ਉਹਦਾ ਮੈਂ ਔਰ ਜੱਸੀ ਗਿੱਲ ਸੀ, ਉਹਦਾ ਸਾਡਾ ਸ਼ੂਟ 10 ਦਿਨ ਦਾ ਰਹਿੰਦਾ ਸੀ। ਉਹ ਫਿਰ ਸਾਡੀ ਡਿਊਰਿੰਗ ਲਾਕਡਾਊਨ ਉਹ ਰਹਿ ਗਈ। ਔਰ ਇੱਕ ਸਾਡੀ ਫਿਲਮ ਮੈਨ ਇਨ ਬਲੈਕ ਕਾਲੇ ਕੱਛਿਆਂ ਵਾਲੇ ਉਹ ਕੰਪਲੀਟ ਹੋ ਗਈ ਆ, ਬਟ ਉਹਦੀ ਡਬਿੰਗ ਰਹਿ ਗਈ।
ਉਹ ਵੀ ਅਸੀਂ ਮੇਬੀ ਮਈ ਜਾਂ ਜੂਨ ਦੇ ਵਿੱਚ ਅਸੀਂ ਰਿਲੀਜ਼ ਕਰਦੇ। ਇੱਕ ਮੇਰੀ ਔਰ ਤਰਸੇਮ ਜੱਸੜ ਬਾਈ ਦੀ ਸਾਡੀ ਫਿਲਮ ਸਟਾਰਟ ਹੋਣੀ ਸੀ ਜੂਨ ਮਿਡ ਦੇ ਵਿੱਚ, ਫਿਰ ਉਹ ਵੀ ਸਾਡੀ ਇੱਕ ਸਾਡੀ ਅਗਸਤ ਐਂਡ ਦੇ ਵਿੱਚ ਸਟਾਰਟ ਹੋਣੀ ਸੀ। 4-5 ਫਿਲਮਾਂ ਦਾ ਕੰਮ ਸੀਗਾ ਜਿਹੜੀਆਂ ਸਾਰੀਆਂ ਹੀ ਹੁਣ ਮੈਨੂੰ ਲੱਗਦਾ ਹੌਚ-ਪੌਚ ਹੋ ਗਿਆ, ਅੱਗੇ ਪਿੱਛੇ ਹੋ ਗਈਆਂ। ਹੁਣ ਲੈਟਸ ਸੀ ਕਦੋਂ, ਕਿਉਂਕਿ ਸਾਡੀਆਂ ਇਹਨਾਂ ਵਿੱਚੋਂ 2-3 ਫਿਲਮਾਂ ਜਿਹੜੀਆਂ ਉਹ ਫਿਰ ਯੂਕੇ ਵਾਲੀਆਂ ਸੀਗੀਆਂ, ਜਿੱਦਾਂ ਅੱਗੇ ਗੱਲ ਕਰ ਕਿ ਕਿਉਂਕਿ ਯੂਕੇ ਆਈ ਥਿੰਕ ਸੁਣਨ ਚ ਆਇਆ ਕਿ ਸਤੰਬਰ ਦੇ ਵਿੱਚ ਸਟਾਰਟ ਕਰ ਰਿਹਾ ਸ਼ੂਟਿੰਗ। ਸੋ ਉਸ ਤੋਂ ਪਹਿਲਾਂ ਤਾਂ ਅਗਰ ਇੱਥੇ ਕੁਝ ਹੋਇਆ ਕੰਮ ਤਾਂ ਜ਼ਰੂਰ ਸ਼ਾਇਦ ਸ਼ੂਟ ਹੋਵੇ। ਪਰਮਜੀਤ, ਸ਼ੂਟਿੰਗ ਚਲੋ ਹੋ ਜਾਏਗੀ, ਪਰਮਿਸ਼ਨ ਮਿਲ ਜਾਣਗੀਆਂ, ਗਾਈਡਲਾਈਨਸ ਆ ਜਾਣਗੀਆਂ, ਸ਼ੂਟਿੰਗਸ ਵੀ ਹੋ ਜਾਣਗੀਆਂ, ਪਰ ਮੇਨ ਗੱਲ ਹੈ ਰਿਲੀਜ਼ਿੰਗ ਦੀ। ਸਿਨੇਮਾ ਥੀਏਟਰਸ ਜੋ ਹੈ, ਮੈਂ ਸਟਾਰਟਿੰਗ ਵਿੱਚ ਹੀ ਕਿਹਾ ਕਿ ਇੰਡਸਟਰੀ, ਬਹੁਤ ਸਾਰੀ ਇੰਡਸਟਰੀਆਂ ਦੇ ਕੰਮ ਜਿਹੜੇ ਠੱਪ ਹੈ ਇਸ ਵੇਲੇ, ਉਹਨਾਂ ਵਿੱਚ ਸਾਡੀ ਇੱਕ ਪੰਜਾਬੀ ਇੰਡਸਟਰੀ ਜਾਂ ਫਿਰ ਫਿਲਮ ਇੰਡਸਟਰੀ ਜਿਹੜੀ ਹੈ ਉਹ ਵੀ ਹੈ। ਥੀਏਟਰਸ ਜਿਹੜੇ ਹੈ ਉਹ ਕਈ ਜਗ੍ਹਾ ਤੇ ਖੁੱਲੇ ਹੋਏ ਨੇ, ਪਰ ਕਈ ਮੇਨ ਜਗ੍ਹਾਵਾਂ ਤੇ ਜਿਹੜੇ ਹੈ ਉਹ ਥੀਏਟਰਸ ਨਹੀਂ ਓਪਨ ਹੈ। ਸੋ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਟੀਮ ਨਾਲ ਜਿਹੜੀ ਹੈ ਗੱਲਬਾਤ ਹੋਈ ਹੈ, ਜਦੋਂ ਵੀ ਤੁਸੀਂ ਅੱਗੇ ਫਿਲਮ ਜਦੋਂ ਤੁਹਾਡੀ ਕੰਪਲੀਟ ਹੋ ਜਾਣਗੀ, ਜਿਨ੍ਹਾਂ ਦਾ ਚਾਹੇ 10 ਦਿਨ ਦਾ ਚਾਹੇ ਸ਼ੂਟ ਹੈ, ਚਾਹੇ ਥੋੜੇ ਹੋਰ ਦਿਨ ਦਾ ਸ਼ੂਟ ਹੈ, ਕਿ ਉਸ ਤੋਂ ਬਾਅਦ ਫਿਰ ਕੀ ਪਲਾਨ ਹੈ, ਕਿੱਥੇ ਜਿਹੜੇ ਫਿਲਮਾਂ ਰਿਲੀਜ਼ ਕੀਤੀਆਂ ਜਾਣਗੀਆਂ? ਕੀ ਪਤਾ ਕਿ ਇਹ ਜਿਹੜਾ ਪੈਂਡੈਮਿਕ ਹੈ ਸਾਨੂੰ ਕੋਈ ਆਈਡੀਆ ਨਹੀਂ ਕਦੋਂ ਤੱਕ ਇਹ ਖਤਮ ਹੋਏਗਾ, ਜਾਂ ਫਿਰ ਤੁਸੀਂ ਸੋਚਿਆ ਕਿ ਕਿਸੇ OTT ਤੇ ਜਾਂ ਕਿਸੇ ਹੋਰ ਪਲੇਟਫਾਰਮ ਤੇ ਇਸ ਨੂੰ ਰਿਲੀਜ਼ ਕੀਤਾ ਜਾਵੇ? ਨਹੀਂ ਜੀ, ਮੈਨੂੰ ਲੱਗਦਾ ਕਿ ਇਹ ਸਭ ਤੋਂ ਜ਼ਿਆਦਾ ਵਰੀ ਵਾਲੀ ਗੱਲ ਆ। ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਇਸ ਚੀਜ਼ ਦੀ ਹੀ ਪ੍ਰੋਬਲਮ ਆ। ਅਸੀਂ ਪਰਸੋਂ ਵੀ ਗੱਲ ਕਰ ਰਹੇ ਸੀ, ਮੈਂ ਔਰ ਤਰਸੇਮ ਜੱਸੜ ਬਾਈ, ਅਸੀਂ ਬੈਠੇ ਸੀ ਲੰਚ ਕਰਦੇ। ਸਾਡਾ ਬੇਸਿਕਲੀ ਇਹੀ ਇੱਕ ਪੁਆਇੰਟ ਸੀਗਾ ਕਿ ਅਗਰ ਸ਼ੂਟ ਹੁੰਦੇ ਵੀ ਆ, ਸ਼ੂਟ ਸਟਾਰਟ ਵੀ ਹੁੰਦੇ ਆ, ਅਗਰ ਥੀਏਟਰਸ ਓਪਨ ਨਹੀਂ ਕਰਦੀ ਗਵਰਨਮੈਂਟ, ਜਾਂ ਕਿਉਂਕਿ ਉਹ ਸੈਂਟਰ ਦਾ ਮਸਲਾ ਆ ਥੀਏਟਰਸ ਵਾਲਾ, ਔਰ ਤਾਂ ਮੈਨੂੰ ਲੱਗਦਾ ਕਿ ਉਹ ਪ੍ਰੋਡਕਟ ਜਿਹੜੇ ਆ ਜਾਂ ਪ੍ਰੋਜੈਕਟ ਜਿਹੜੇ ਆ ਬਣੇ, ਉਹ ਪਤਾ ਨਹੀਂ ਲੈਟਸ ਸੀ ਕਦੋਂ ਨੈਕਸਟ ਈਅਰ ਹੋਣ, ਜਾਂ ਕਿਉਂਕਿ ਨੈਕਸਟ ਈਅਰ ਫਿਰ ਇੰਨਾ ਜ਼ਿਆਦਾ ਰਸ਼ ਹੋ ਜਾਊਗਾ। ਕੁਝ ਵੱਡੀਆਂ ਫਿਲਮਾਂ ਆ, ਕੁਝ ਨਵੀਆਂ ਫਿਲਮਾਂ ਆ, ਉਹ ਸਾਰੀਆਂ ਪਹਿਲੋਂ ਹੀ ਇੱਕ ਫਰਾਈਡੇ ਦੇ ਵਿੱਚ 2 ਤੋਂ 3 ਫਿਲਮਾਂ ਇੱਕ ਦੂਜੇ ਨਾਲ ਕਲੈਸ਼ ਕਰ ਰਹੀਆਂ ਸੀਗੀਆਂ। ਉਹ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਜੀ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਹੋਰ ਵੀ ਪ੍ਰੋਬਲਮ ਹੋ ਜੂਗੀ, ਅਗਰ ਕਿਉਂਕਿ ਹਿੰਦੀ ਫਿਲਮਸ ਕਿਤੇ ਨਾ ਕਿਤੇ ਜਿਹੜੀਆਂ ਆ ਉਹ ਦੂਸਰੇ ਪਲੇਟਫਾਰਮ ਤੇ ਵਰਕ ਕਰ ਜਾਂਦੀਆਂ, ਜਿੱਦਾਂ ਕਿ ਤੁਸੀਂ ਲਾ ਲਓ ਨੈਟਫਲਿਕਸ ਆ, ਪ੍ਰਾਈਮ ਵੀਡੀਓ ਆ। ਪਰ ਪੰਜਾਬੀ ਫਿਲਮ ਦਾ ਬਹੁਤ ਜ਼ਿਆਦਾ ਜ਼ੋਰ ਲਾਉਣਾ ਪੈਂਦਾ, ਕਿਉਂਕਿ ਪੰਜਾਬੀ ਸਿਨੇਮਾ ਅਜੇ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਫਿਲਮ ਚੱਲਣ ਤੋਂ ਬਾਅਦ ਡਿਸਾਈਡ ਹੁੰਦਾ ਕਿ ਇਹਨੂੰ ਕਿਹੜੇ ਪਲੇਟਫਾਰਮ ਤੇ ਲਿਆ ਜਾਵੇ, ਕਿੰਨਾ ਵਰਕ ਕੀਤਾ ਇਹਨੇ, ਕਿੰਨਾ ਨਹੀਂ। ਸੋ ਉਹਨਾਂ ਬਜਟ ਨਹੀਂ ਮਿਲੂਗਾ ਜੇ ਕੋਈ ਖਰੀਦੂਗਾ ਵੀ ਤੇ। ਸੋ ਮੈਨੂੰ ਲੱਗਦਾ ਕਿ ਫਿਲਮ ਦਾ ਜਿਹੜਾ ਇੱਕ ਅਸਲੀ ਜਿਹੜਾ ਮੁੱਲ ਪੈਂਦਾ ਆ, ਜਾਂ ਫਿਲਮ ਦੀ ਜਿਹੜੀ ਇੱਕ ਪ੍ਰੋਪਰ ਜਦੋਂ ਕੋਈ ਮਿਹਨਤ ਕਰਦਾ ਆ, ਤੁਸੀਂ ਦੇਖੋ ਨਾ ਕਿੰਨੀ ਮਿਹਨਤ ਕਰਦੇ, ਕਿੰਨਾ ਪੈਸਾ ਲੱਗਦਾ, ਜਾਂ ਕਿੰਨਾ ਇੱਕ ਹਰ ਬੰਦੇ ਦਾ ਇੱਕ ਡ੍ਰੀਮ ਪ੍ਰੋਜੈਕਟ ਹੁੰਦਾ। ਸੋ ਜਦੋਂ ਸਿਨੇਮੇ ਦੇ ਵਿੱਚ ਕੋਈ ਜਾ ਕੇ ਫੈਮਿਲੀ ਦੇ ਨਾਲ ਦੇਖਦਾ ਤਾਂ ਉਹਦਾ ਇੱਕ ਚਾਮ ਹੋਰ ਹੁੰਦਾ, ਉਹਦਾ ਇੱਕ ਖੁਸ਼ੀ ਹੋਰ ਹੁੰਦੀ ਜਦੋਂ ਲੋਕ ਤੁਹਾਨੂੰ ਰਿਵਿਊ ਦਿੰਦੇ। ਹੁਣ ਘਰੇ ਬੈਠੇ ਤਾਂ ਕੋਈ ਦੁਪਹਿਰੇ ਦੇਖ ਰਿਹਾ, ਕੋਈ ਸ਼ਾਮ ਨੂੰ ਦੇਖ ਰਿਹਾ, ਕੋਈ 10 ਦਿਨ ਹਟ ਕੇ ਦੇਖ ਰਿਹਾ। ਸੋ ਉਹਦਾ ਉਹਨਾਂ ਫਾਇਦਾ ਨਹੀਂ। ਬਟ ਮੈਨੂੰ ਲੱਗਦਾ ਕਿ ਜਿੰਨੀ ਦੇਰ ਸਿਨੇਮਾਸ ਖੁੱਲ੍ਹਦੇ ਨਹੀਂ ਆ, ਫਿਰ ਵੀ ਕਿਤੇ ਨਾ ਕਿਤੇ ਜਿਹੜੀ ਫਿਲਮ ਇੰਡਸਟਰੀ ਆ ਉਹ ਥੋੜੀ ਜਿਹੀ ਫਿਰ ਵੀ ਬੈਕਫੁੱਟ ਤੇ ਰਹੂਗੀ। ਥੋੜੀ ਜਿਹੀ ਕਿਤੇ ਨਾ ਕਿਤੇ ਉਨੀਆਂ ਜ਼ਿਆਦਾ ਸ਼ੂਟਿੰਗਸ ਨਹੀਂ ਸਟਾਰਟ ਹੋਣਗੀਆਂ, ਜਾਂ ਤਾਂ ਜਿਨ੍ਹਾਂ ਦਾ ਥੋੜਾ ਬਹੁਤਾ ਪੈਚ ਵਰਕ ਰਹਿੰਦਾ ਉਹ ਕਰ ਲੈਣਗੇ। ਬਟ ਮੈਨੂੰ ਲੱਗਦਾ ਕਿ ਜਿੰਨੀ ਦੇਰ ਥੀਏਟਰਸ ਓਪਨ ਨਹੀਂ ਹੁੰਦੇ, ਉਨੀ ਦੇਰ ਤਾਂ ਬਹੁਤ ਔਖਾ ਅੱਗੇ ਫਿਲਮਾਂ ਬਣਾਉਣਾ ਜਾਂ ਫਿਲਮਾਂ ਦੇ ਬਾਰੇ ਸੋਚਣਾ। ਬਿਲਕੁਲ, ਰਿਕਵਰੀ ਅਸੀਂ ਕਹਿ ਸਕਦੇ ਹਾਂ ਕਿ ਜੋ ਇੰਡਸਟਰੀ ਦੀ ਹੈ, ਪੰਜਾਬੀ ਇੰਡਸਟਰੀ ਚਾਹੇ ਹੋਵੇ, ਚਾਹੇ ਫਿਰ ਬਾਲੀਵੁੱਡ ਹੋਵੇ, ਚਾਹੇ ਹਾਲੀਵੁੱਡ ਹੋਵੇ, ਇਸ ਇੰਡਸਟਰੀ ਦੀ, ਫਿਲਮ ਇੰਡਸਟਰੀ ਦੀ ਜਿਹੜੀ ਬੇਸਿਕਲੀ ਰਿਕਵਰੀ ਉਹ ਹੌਲੀ ਹੌਲੀ ਹੋਏਗੀ। ਉਮੀਦ ਕਰਦੇ ਹਾਂ ਕਿ ਜਲਦੀ ਜਿਹੜੀ ਹੈ ਠੀਕ ਹੋਵੇ। ਪਰ ਰਣਜੀਤ ਜੀ, ਜਿਵੇਂ ਹੁਣ ਤੁਸੀਂ ਸ਼ੂਟਿੰਗ ਸਟਾਰਟ ਕਰੋਗੇ, ਅੱਜ ਕੱਲ੍ਹ ਵਾਇਰਸ ਦਾ ਨਹੀਂ ਪਤਾ ਚੱਲ ਰਿਹਾ ਕਿ ਕਿਸ ਤੋਂ ਫੈਲ ਰਿਹਾ, ਕਿਉਂਕਿ ਟਰੇਸ ਨਹੀਂ ਹੋ ਪਾ ਰਿਹਾ ਕਿ ਕਿਸ ਬੰਦੇ ਤੋਂ ਫੈਲ ਰਿਹਾ। ਬਹੁਤ ਸਾਰੀ ਜਿਹੜੀ ਚੀਜ਼ਾਂ ਸਾਹਮਣੇ ਆ ਰਹੀਆਂ, WHO ਕਦੀ ਕਹਿ ਰਹੇ ਕਿ ਹਵਾ ਦੇ ਵਿੱਚ ਵੀ ਹੋ ਸਕਦਾ। ਸੋ ਬੀਇੰਗ ਅ ਆਰਟਿਸਟ, ਤੁਹਾਨੂੰ ਕਿੰਨਾ ਕਿ ਇਸ ਗੱਲ ਦਾ ਤੁਹਾਡੇ ਦਿਮਾਗ ਦੇ ਵਿੱਚ ਕਿੰਨਾ ਕੁ ਡਰ ਹੈ, ਜਾਂ ਫਿਰ ਕਿੰਨੇ ਕੁ ਤੁਸੀਂ ਕੌਨਸ਼ੀਅਸ ਹੋ ਕਿ ਜਦੋਂ ਫਿਲਮਾਂ ਸ਼ੁਰੂ ਹੋਣਗੀਆਂ ਸ਼ੂਟਿੰਗਸ, ਤਾਂ ਉਸ ਵੇਲੇ ਕਿੰਨਾ ਕੁ ਬਚਾਅ ਰੱਖਣਾ ਔਰ ਕਿਸ ਤਰ੍ਹਾਂ ਰੱਖਣਾ ਹੈ? ਦੇਖੋ, ਆਈ ਥਿੰਕ ਇਹ ਸੇਮ ਕੁਐਸਚਨ ਜਿਹੜਾ ਕੱਲ ਉਹਨਾਂ ਦਾ ਸੀਗਾ ਚੀਫ ਸੈਕਟਰੀ ਸਾਹਿਬ ਦਾ, ਵਿਨੀ ਮੈਮ ਦਾ, ਕਿ ਇਹ ਤੁਸੀਂ ਕਿਸੇ ਤੋਂ ਗੈਸ ਨਹੀਂ ਕਰ ਸਕਦੇ ਕਿ ਕੌਣ ਤੁਹਾਨੂੰ ਕਦੋਂ ਹੱਥ ਮਿਲਾ ਗਿਆ, ਕੌਣ ਕਦੋਂ ਤੁਹਾਡੇ ਲਾਗੋਂ ਕਿਸੇ ਦੀ ਵੀ ਜਿਹੜੇ
ਵਾਇਰਸ ਆ ਜਾਂ ਕੋਈ ਵੀ ਖੰਘ ਗਿਆ, ਛਿੱਕ ਗਿਆ, ਤਾਂ ਉਹ ਕਿਤੇ ਨਾ ਕਿਤੇ ਦੇਖੋ ਡਰ ਤਾਂ ਬਹੁਤ ਆ, ਕਿਉਂਕਿ ਹਰ ਆਰਟਿਸਟ ਨੇ ਸਾਰਾ ਦਿਨ ਕੰਮ ਕਰਕੇ ਘਰੇ ਹੀ ਜਾਣਾ, ਔਰ ਕਈਆਂ ਦੇ ਤਾਂ ਬੱਚੇ ਵੀ ਆ, ਘਰ ਦੇ ਵਿੱਚ ਫੈਮਲੀਜ਼ ਵੀ ਆ। ਸੋ ਡਰ ਤਾਂ ਦੇਖੋ ਹੈਗਾ ਆ, ਬਟ ਅਜੇ ਕੁਝ ਕਹਿ ਨਹੀਂ ਸਕਦੇ, ਕਿਉਂਕਿ ਬਚਾਅ ਦੇ ਵਿੱਚ ਹੀ ਬਚਾਅ ਆ। ਮੈਨੂੰ ਲੱਗਦਾ ਕਿ ਅਸੀਂ ਆਪ ਤਾਂ ਬਚਾਅ ਕਰ ਲਵਾਂਗੇ, ਪਰ ਸਮਹਾਉ ਜੇ ਕੋਈ ਤੁਹਾਨੂੰ ਮਿਲ ਗਿਆ ਉੱਦਾਂ ਦਾ, ਕਈ ਵਾਰੀ ਸ਼ੂਟ ਤੇ ਕੋਈ ਬੰਦਾ ਕਿਤੇ ਨਾ ਕਿਤੇ ਕੋਈ ਕਿਸੇ ਨੂੰ ਮਿਲ ਕੇ ਆਇਆ, ਕਿਤੇ ਹੱਥ ਲੱਗ ਗਿਆ। ਸੋ ਮੈਨੂੰ ਲੱਗਦਾ ਕਿ ਜਿੰਨੀ ਦੇਰ ਇਹਦੀ ਵੈਕਸੀਨ ਨਹੀਂ ਆਉਂਦੀ, ਜਿੰਨੀ ਦੇਰ ਇਸ ਚੀਜ਼ ਦਾ ਕੋਈ ਪਾਰਟੀਕੂਲਰ ਕੋਈ ਮੈਡੀਸਨ ਨਹੀਂ ਆਉਂਦੀ, ਜਦ ਤੱਕ ਤਾਂ ਇਹਦਾ ਡਰ ਰਹੂਗਾ, ਕਿਉਂਕਿ ਕੋਈ ਵੀ ਡਿਜ਼ੀਜ਼ ਆ, ਕੋਈ ਵੀ ਬਿਮਾਰੀ ਆ, ਉਹਦੀ ਜਦੋਂ ਜਿੰਨੀ ਦੇਰ ਤੱਕ ਵੈਕਸੀਨ ਜਾਂ ਮੈਡੀਸਨ ਆ ਜਾਂਦੀ ਆ, ਤਾਂ ਫਿਰ ਕਿਤੇ ਨਾ ਕਿਤੇ ਤੁਹਾਡੇ ਕੋਲ ਇੱਕ ਹੱਲ ਹੁੰਦਾ ਕਿ ਯਾਰ ਕੋਈ ਨਹੀਂ, ਮੈਂ ਮੈਡੀਸਨ ਲੈ ਲੂੰਗਾ ਜੇ ਮੈਨੂੰ ਕੁਝ ਹੋਇਆ ਵੀ। ਬਟ ਉਨੀ ਦੇਰ ਤਾਂ ਮੈਨੂੰ ਲੱਗਦਾ ਕਿ ਜਿਹੜਾ ਡਰ ਆ ਉਹ ਦਿਲਾਂ ਦੇ ਵਿੱਚ ਬਹੁਤ ਬੈਠਾ ਆ। ਔਰ ਗੱਲ ਵੀ ਇਹ ਆ ਕਿ ਅਗਰ ਅਸੀਂ ਬਚਾਅ ਕਰਾਂਗੇ ਤਾਂ ਹੀ ਅਗਲੇ ਦਾ ਬਚਾਅ ਆ। ਸੋ ਬਚਾਅ ਦੇ ਵਿੱਚ ਹੀ ਬਚਾਅ ਆ। ਇਹ ਤਾਂ ਸਭ ਨੂੰ ਹੁਣ ਪ੍ਰੀਕਾਸ਼ਨ ਲੈ ਕੇ, ਸਭ ਨੂੰ ਸਾਵਧਾਨੀ ਵਰਤ ਕੇ ਹੀ ਧਿਆਨ ਰੱਖਣਾ ਪੈਣਾ ਇੱਕ ਦੂਜੇ ਦਾ। ਇਹ ਤਾਂ ਮੈਨੂੰ ਲੱਗਦਾ ਸਭ ਦੀ ਜ਼ਿੰਮੇਵਾਰੀ ਹੈ। ਜੀ ਰਣਜੀਤ ਜੀ, ਉਮੀਦ ਤਾਂ ਅਸੀਂ ਇਹੀ ਕਰਦੇ ਹਾਂ ਕਿ ਜੋ ਵੀ ਗਾਈਡਲਾਈਨਸ ਹੁਣ ਪੰਜਾਬ ਸਰਕਾਰ ਵੱਲੋਂ ਆਉਣਗੀਆਂ ਇੰਡਸਟਰੀ ਦੇ ਲਈ, ਆਰਟਿਸਟ ਦੇ ਲਈ, ਉਹ ਬਿਲਕੁਲ ਸਭ ਦੇ ਹਿੱਤ ਦੇ ਔਰ ਸਭ ਦੇ ਜਿਹੜੀ ਹੈ ਸਿਚੁਏਸ਼ਨ ਦੇਖ ਕੇ ਉਹ ਬਿਲਕੁਲ ਸਹੀ ਤਰੀਕੇ ਨਾਲ ਬਣਨ ਔਰ ਉਸੇ ਹਿਸਾਬ ਨਾਲ ਸਾਡੀ ਇੰਡਸਟਰੀ ਵੀ ਕੰਮ ਕਰੇ। ਪਰ ਇਸ ਤੋਂ ਵੱਖ ਮੈਂ ਗੱਲ ਕਰਨਾ ਚਾਹੂੰਗੀ, ਅੱਜ ਤੁਸੀਂ ਆਪਣੇ ਇੰਸਟਾਗ੍ਰਾਮ ਤੇ, ਕਿਉਂਕਿ ਅੱਜ ਸ਼ਿਵ ਕੁਮਾਰ ਬਟਾਲਵੀ ਜੀ ਦਾ ਜਨਮ ਦਿਨ ਹੈ ਔਰ ਤੁਸੀਂ ਬਹੁਤ ਹੀ ਪਿਆਰਾ ਜਿਹੜਾ ਗੀਤ ਹੈ ਸ਼ੇਅਰ ਕੀਤਾ, ਮਾਏ ਨੀ ਮਾਏ। ਮੈਂ ਚਾਹੂੰਗੀ 2 ਲਾਈਨਾਂ ਸਾਡੀ ਆਡੀਅנס ਦੇ ਲਈ ਉਹ ਹੋ ਜਾਣ। ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ, ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ, ਮਾਏ ਨੀ ਮਾਏ ਮੇਰੇ। ਔਰ ਮੈਂ ਤਾਂ ਸ਼ੇਅਰ ਵੀ ਕੀਤਾ ਕਿ ਮੈਂ ਤਾਂ ਬਹੁਤ ਕਰਮਾਂ ਵਾਲਾ ਕਿ ਮੈਂ ਉਸ ਧਰਤੀ ਤੋਂ ਬਿਲੋਂਗ ਕਰਦਾ, ਬਟਾਲੇ ਤੋਂ ਬਿਲੋਂਗ ਕਰਦਾ। ਔਰ ਸਾਡੀ ਤਾਂ ਇੱਕ ਖੈਰ ਹਰ ਆਰਟਿਸਟ ਦੀ ਜ਼ਿੰਮੇਵਾਰੀ ਵੀ ਆ ਕਿ ਜਿਹੜੇ ਤੁਹਾਡੇ ਵੱਡੇ ਲੋਕ ਆ, ਜਿਨ੍ਹਾਂ ਲੋਕਾਂ ਨੇ ਮਾਂ ਬੋਲੀ ਲਈ ਕੁਛ ਕੀਤਾ, ਜਿਨ੍ਹਾਂ ਲੋਕਾਂ ਨੇ ਸ਼ਾਇਰੀ 'ਚ, ਗਾਇਕੀ 'ਚ, ਕਿਸੇ ਵੀ ਬੋਲੀ ਦੇ ਹੱਕ ਦੇ ਵਿੱਚ ਆਪਣੀ ਯੋਗਦਾਨ ਦਿੱਤਾ, ਉਹਨਾਂ ਲੋਕਾਂ ਨੂੰ ਯਾਦ ਕਰਨਾ ਚਾਹੀਦਾ। ਭਾਵੇਂ ਇੱਕ ਦਿਨ ਹੀ ਕਰ ਲਓ, ਸਾਰਾ ਸਾਲ ਨਹੀਂ ਕਰ ਸਕਦੇ ਤਾਂ। ਸੋ ਮੈਨੂੰ ਲੱਗਦਾ ਕਿ ਇਹ ਵੀ ਇੱਕ ਨੈਤਿਕ ਜ਼ਿੰਮੇਵਾਰੀ ਹਰ ਆਰਟਿਸਟ ਦੀ। ਜੀ ਰਣਜੀਤ ਜੀ, ਬਸ ਇੱਕ ਆਖਰੀ ਸਵਾਲ ਮੇਰਾ ਇਸ ਚੀਜ਼ ਨੂੰ ਲੈ ਕੇ, ਹੁਣ ਜਿੱਦਾਂ ਅਸੀਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਜਨਮ ਦਿਨ ਹੈ, ਆਪਾਂ ਉਹਨਾਂ ਨੂੰ ਯਾਦ ਵੀ ਕੀਤਾ ਹੈ ਔਰ ਤੁਸੀਂ ਇੰਨਾ ਪਿਆਰਾ ਗੀਤ ਵੀ ਜਿਹੜਾ ਹੈ ਉਹਨਾਂ ਦਾ ਗਾਇਆ ਹੈ। ਕੰਟੈਂਟ ਨੂੰ ਲੈ ਕੇ ਜੇ ਗੱਲ ਕਰੀਏ, ਇੰਡਸਟਰੀ ਦੀ ਗੱਲ ਕਰੀਏ, ਗੀਤਾਂ ਦੀ ਜੇ ਗੱਲ ਕਰੀਏ, ਬੇਸਿਕਲੀ ਗੀਤ ਤੇ ਐਂਟਰਟੇਨਮੈਂਟ ਇੰਡਸਟਰੀ, ਹੁਣ ਐਂਟਰਟੇਨਮੈਂਟ ਇੰਡਸਟਰੀ ਘੱਟ ਲੱਗਦੀ ਹੈ ਤੇ ਇਹਦੇ ਵਿੱਚ ਜ਼ਿਆਦਾ ਗੱਲਾਂ, ਕਿਉਂਕਿ ਬਹੁਤ ਸਾਰੇ ਬੁੱਧੀਜੀਵ ਹੈ ਜਿਹੜੇ ਕਹਿੰਦੇ ਕਿ ਇਹਦੇ ਵਿੱਚ ਗੱਲਾਂ ਹੁਣ ਹਥਿਆਰਾਂ ਦੀਆਂ ਚੱਲਦੀਆਂ ਜਾਂ ਕੁਝ ਹੋਰ ਹੀ ਤਰੀਕੇ ਨਾਲ ਜਿਹੜੀ ਹੈ ਐਂਟਰਟੇਨਮੈਂਟ ਨੂੰ ਲੈ ਕੇ ਜਾਇਆ ਜਾ ਰਿਹਾ, ਕਿਉਂਕਿ ਐਂਟਰਟੇਨਮੈਂਟ ਦਾ ਮਤਲਬ ਹੁੰਦਾ ਸੀਗਾ ਲੋਕ ਤਦ ਜਿਹੜੇ ਲੋਕਾਂ ਲਈ ਗਾਣੇ ਤੁਸੀਂ ਬਣਾ ਰਹੇ ਹੋ ਜਾਂ ਫਿਰ ਜੋ ਸਮਾਜ ਦੀਆਂ ਕਰੂਤੀਆਂ ਤੁਸੀਂ ਉਹ ਅੱਗੇ ਲੈ ਕੇ ਆ ਰਹੇ ਹੋ ਆਪਣੇ ਗਾਣਿਆਂ ਦੇ ਰਾਹੀਂ, ਪਰ ਉਹ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਬਹੁਤ ਘੱਟ ਦਿਖ ਰਹੀਆਂ। ਰਾਦਰ ਦੈਨ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਹੈ ਅੱਗੇ ਉੱਠ ਕੇ ਆ ਰਹੀਆਂ। ਕਦੀ ਤੁਸੀਂ ਚਾਹੇ ਕੰਟੈਂਟ ਦਾ ਇੱਕ ਇਹ ਵੀ ਸਮਝ ਨਹੀਂ ਆਉਂਦਾ ਕਿ ਅਗਰ ਰਣਜੀਤ ਬਾਵਾ ਕੋਈ ਗਾਣਾ ਗਾ ਰਹੇ ਹੈ ਤੇ ਉਸ ਤੇ ਵੀ ਜਿਹੜਾ ਹੈ ਪੁਆਇੰਟ ਆਊਟ ਕੀਤਾ ਜਾਂਦਾ ਹੈ, ਚਾਹੇ ਫਿਰ ਡਾਕਟਰ ਸਤਿੰਦਰ ਸਰਤਾਜ ਕੋਈ ਗਾਣਾ ਗਾ ਰਹੇ ਉਸ ਤੇ ਵੀ ਪੁਆਇੰਟ ਆਊਟ ਕੀਤਾ ਜਾਂਦਾ, ਚਾਹੇ ਸਿੱਧੂ ਮੂਸੇਵਾਲਾ ਕੋਈ ਗਾਣਾ ਗਾ ਰਹੇ ਤਾਂ ਵੀ ਪੁਆਇੰਟ ਆਊਟ ਜਿਹੜਾ ਕੀਤਾ ਜਾਂਦਾ ਹੈ। ਇੱਕ ਤੇ ਸੈਂਸਰਸ਼ਿਪ ਨੂੰ ਲੈ ਕੇ ਮੈਂ ਥੋੜਾ ਜਿਹਾ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੂੰਗੀ ਕਿ ਤੁਹਾਨੂੰ ਲੱਗਦਾ ਹੈ ਕਿ ਹਾਲਾਂਕਿ ਇੱਕ ਸੈਂਸਰਸ਼ਿਪ ਜਿਹੜੀ ਇੱਕ ਸੈਂਸਰ ਬੋਰਡ ਬਣਿਆ ਹੋਇਆ ਗੀਤਾਂ ਨੂੰ ਲੈ ਕੇ, ਹਾਲਾਂਕਿ ਉਹ ਇੰਨੀ ਚੰਗੀ ਤਰੀਕੇ ਨਾਲ ਐਕਟਿਵ ਨਹੀਂ ਹੈ, ਫਿਰ ਵੀ ਤੁਹਾਨੂੰ ਲੱਗਦਾ ਕਿ ਉਸ ਚੀਜ਼ ਨੂੰ ਵੀ ਥੋੜਾ ਜਿਹਾ ਐਕਟਿਵ ਹੋਣਾ ਚਾਹੀਦਾ ਤਾਂ ਜੋ ਗਾਇਕਾਂ ਤੇ ਇੰਨੀਆਂ ਗੱਲਾਂ ਆ ਹੀ ਨਾ ਸਕਣ। ਅਗਰ ਕੋਈ ਅਜਿਹਾ ਗੀਤ ਕਿਸੇ ਮਤਲਬ ਉਹ ਸੈਂਸਰ ਬੋਰਡ ਨੂੰ ਲੱਗਦਾ ਤਾਂ ਉਹ ਪਹਿਲੇ ਹੀ ਰੋਕ ਦੇਣ। ਔਰ ਉਸ ਤੋਂ ਮੁੜ ਕੇ ਬਾਅਦ ਇਹ ਹੈ ਕਿ ਅਜਿਹੀਆਂ ਚੀਜ਼ਾਂ ਇੰਡਸਟਰੀ ਵਿੱਚ ਕਿਉਂ ਹੋ ਰਹੀਆਂ। ਇੱਕ ਦੇਖਿਆ ਜਾ ਰਿਹਾ ਕੰਪੀਟੀਸ਼ਨ ਹੈ, ਬਟ ਕੰਪੀਟੀਸ਼ਨ ਥੋੜਾ ਜਿਹਾ ਨੈਗੇਟਿਵ ਵੇ 'ਚ ਵੀ ਆ ਰਿਹਾ ਹੈ। ਅੱਜ ਅਗਰ ਕੋਈ ਬੰਦਾ ਦੇਖਦਾ ਹੈ ਕਿ ਹਾਂ ਬਾਵੇ ਦੀ ਚੜ੍ਹਾਈ ਹੈ ਤੇ ਸੋਚਦੇ ਕਿ ਹਾਂ ਬਾਵੇ ਦੀ ਮੰਜੀ ਠੋਕ ਦਿਓ, ਅਗਰ ਇਹਦੀ ਚੜ੍ਹਾਈ ਕਿਉਂ ਹੋ ਰਹੀ ਹੈ, ਇਹਨੂੰ ਥੱਲੇ ਲਾਉਣ ਲਈ ਬਹੁਤ ਕੁਝ ਕੀਤਾ ਜਾਂਦਾ ਹੈ। ਸੋ ਇਹ ਜਿਹੜੀ ਦੋ ਚੀਜ਼ਾਂ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੂੰਗੀ, ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ, ਇੱਕ ਤਾਂ ਸੈਂਸਰਸ਼ਿਪ ਬੋਰਡ ਬਾਰੇ ਔਰ ਇੱਕ ਅਜਿਹੇ ਨੈਗੇਟਿਵ ਜਿਹੜੇ ਕੰਪੀਟੀਸ਼ਨ ਬਾਰੇ। ਮੈਨੂੰ ਲੱਗਦਾ ਕੰਪੀਟੀਸ਼ਨ ਤਾਂ ਦੇਖੋ, ਇੱਕ ਬੜੇ ਅੱਛੇ ਰਾਈਟਰ ਨਾਲ ਮੈਂ ਉਹਨਾਂ ਦੀ ਇੰਟਰਵਿਊ ਸੁਣਦਾ ਸੀ, ਉਹਨਾਂ ਬੜੀ ਅੱਛੀ ਗੱਲ ਕੀਤੀ ਸੀਗੀ ਕਿ
ਜਿਹੜਾ ਮੁਕਾਬਲਾ ਆ, ਆਪਾਂ ਕੰਪੀਟੀਸ਼ਨ ਨੂੰ ਮੁਕਾਬਲਾ ਹੀ ਕਹਿ ਦਿੰਦੇ ਪੰਜਾਬੀ ਦੇ ਵਿੱਚ। ਜੀ ਜੀ। ਮੁਕਾਬਲਾ ਹੋ ਸਕਦਾ ਜ਼ੋਰ ਦਾ, ਜ਼ੋਰ ਦੇ ਵਿੱਚ ਮੰਨ ਲਓ ਕੋਈ ਜੇ ਰੱਸਾਕੱਸੀ ਆ, ਭਲਵਾਨੀ ਆ, ਕਬੱਡੀ ਆ, ਮੁਕਾਬਲਾ ਹੋ ਸਕਦਾ ਇੱਕ ਕ੍ਰਿਕਟ ਮੈਚ ਦਾ। ਗਾਉਣ ਦਾ ਤਾਂ ਮੈਨੂੰ ਲੱਗਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ ਨਾ। ਹਰ ਬੰਦਾ, ਹਰ ਆਰਟਿਸਟ ਜਿਹੜਾ ਆ ਉਹ ਇੱਕ ਆਪਣੇ ਤੌਰ ਤੇ ਇੰਸਟੀਟਿਊਸ਼ਨ 'ਚ ਪਾਸ ਹੋਇਆ। ਹੁਣ ਮੈਂ MA ਇੰਗਲਿਸ਼, MA ਪੋਲੀਟੀਕਲ ਸਾਇੰਸ ਤੋਂ ਬਾਅਦ MA ਮਿਊਜ਼ਿਕ ਕੀਤੀ ਨਾਨਕ ਦੇਵ ਯੂਨੀਵਰਸਿਟੀ ਵੋਕਲ ਦੇ ਵਿੱਚ। ਤੋਂ ਮੇਰੀ ਕੀ ਸੰਗਤ ਰਹੀ ਆ, ਮੈਂ ਕੀ ਸਿੱਖਿਆ, ਉਹ ਮੈਨੂੰ ਪਤਾ, ਠੀਕ ਆ। ਉਹਦੇ ਨਾਲ ਕੋਈ ਬੰਦਾ ਮੈਚ ਨਹੀਂ ਕਰਦਾ। ਜੇ ਮੈਂ ਕਹਦਾ ਕਿ ਮੇਰੀ ਗਾਇਕੀ ਦੇ ਨਾਲ ਫਲਾਣਾ ਸਿੰਗਰ ਨਹੀਂ ਮਿਲਦਾ ਜਾਂ ਮੈਨੂੰ ਫਲਾਣੇ ਸਿੰਗਰ ਵਰਗਾ ਮੈਂ ਨਹੀਂ ਗਾ ਸਕਦਾ, ਤਾਂ ਮੈਨੂੰ ਲੱਗਦਾ ਕਿ ਇਹ ਕੋਈ ਮੁਕਾਬਲਾ ਨਹੀਂ ਆ, ਇਹ ਤੁਹਾਡੀ ਕਲਾਸ ਆ। ਤੁਸੀਂ ਕੀ ਗਾਉਣਾ, ਤੁਹਾਡੇ ਤੋਂ ਕੀ ਲੋਕ ਸੁਣਦੇ, ਇਹ ਤੁਹਾਡੀ ਸੋਚ ਆ। ਹੁਣ ਆਰਟਿਸਟ ਕੀ ਕਰਦੇ ਆ, ਬਹੁਤ ਸਾਰੇ ਆਰਟਿਸਟਾਂ ਨੇ ਮੈਨੂੰ ਲੱਗਦਾ ਮਨ 'ਚ ਇਹ ਵਹਿਮ ਆ ਕਿ ਉਹਦਾ ਗਾਣਾ ਚੱਲ ਗਿਆ, ਉਦਾਂ ਦੇ ਗਾਣੇ ਲਿਖ ਦੂ। ਇੱਕ ਗਾਣਾ ਚੱਲਦਾ 40-50 ਗਾਣੇ ਉਦਾਂ ਦੇ ਆ ਜਾਂਦੇ। ਸੋ ਮੈਨੂੰ ਲੱਗਦਾ ਇਹ ਤਾਂ ਤੁਹਾਡਾ ਆਪ ਦਾ ਸਟੈਂਡ ਨਹੀਂ ਨਾ। ਹੁਣ ਮੇਰੇ ਤੋਂ ਕੀ ਲੋਕਾਂ ਨੇ ਸੁਣਨਾ ਉਹ ਮੈਨੂੰ ਪਤਾ, ਮੈਂ ਕੀ ਗਾ ਸਕਦਾ ਮੈਨੂੰ ਪਤਾ। ਮੈਂ ਉਹਦੇ ਵਰਗਾ ਨਹੀਂ ਗਾ ਸਕਦਾ ਤਾਂ ਮੈਂ ਪੰਗਾ ਹੀ ਨਹੀਂ ਲਊਂਗਾ। ਸੋ ਇਹ ਕੰਪੀਟੀਸ਼ਨ ਨਹੀਂ, ਕਲਾਕਾਰਾਂ ਦਾ ਕੰਪੀਟੀਸ਼ਨ ਨਹੀਂ ਹੋ ਸਕਦਾ। ਗਾਉਣ ਦਾ ਕੋਈ ਮੁਕਾਬਲਾ ਨਹੀਂ। ਮੁਕਾਬਲਾ ਤਾਂ ਹੋ ਸਕਦਾ ਜੇ ਤੁਸੀਂ ਕਲਾਸੀਕਲ ਜਾਣਦੇ ਹੋ ਜਾਂ ਤਾਂ ਰਾਗਦਾਰੀ ਚਾਹੋ। ਮੁਕਾਬਲਾ ਉਹਨੂੰ ਕਹਿ ਸਕਦੇ ਆ ਵੀ ਤੁਸੀਂ ਬਹੁਤ ਤਾਨਾ ਮਾਰ ਰਹੇ ਹੋ ਜਾਂ ਤੁਸੀਂ ਰਾਗ ਗਾ ਰਹੇ ਹੋ। ਤੁਹਾਡਾ ਮੁਕਾਬਲਾ ਉਹ ਹੋ ਸਕਦਾ ਜੇ ਮੈਂ 1 ਮਿੰਟ ਦੀ ਹੇਕ ਲਾਈ ਤੇ ਤੁਸੀਂ 1 ਮਿੰਟ 2 ਸੈਕਿੰਡ ਦੀ ਹੇਕ ਲਾ ਦਿਓ। ਇਹ ਮੁਕਾਬਲਾ ਹੋਇਆ। ਮੁਕਾਬਲਾ ਇਹ ਨਹੀਂ ਆ ਵੀ ਤੁਸੀਂ ਜ਼ੋਰ ਜ਼ਬਰਦਸਤੀ, ਜਾਂ ਤਾਂ ਫਿਰ ਮੈਨੂੰ ਲੱਗਦਾ ਕਿ ਜ਼ੋਰ ਜ਼ਬਰਦਸਤੀ ਵਾਲੇ ਕਲਾਕਾਰ, ਪਤਾ ਨਹੀਂ, ਮੈਂ ਇਹਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਚਾਹੁੰਦਾ, ਪਰ ਮੈਨੂੰ ਲੱਗਦਾ ਇਹਨੂੰ ਆਪਾਂ ਕੰਪੀਟੀਸ਼ਨ ਨਹੀਂ ਗਿਣ ਸਕਦੇ। ਕਲਾਕਾਰੀ ਨੂੰ ਕੋਈ ਕੰਪੀਟੀਸ਼ਨ ਨਹੀਂ ਗਿਣ ਸਕਦੇ। ਮੈਂ ਸਰਤਾਜ ਬਾਈ ਵਰਗਾ ਨਹੀਂ ਗਾ ਸਕਦਾ, ਉਹਦੀ ਆਪਣੀ ਕਲਾਸ ਆ। ਤਰਸੇਮ ਬਾਈ ਦੀ ਆਪਣੀ ਕਲਾਸ ਆ। ਮੈਨੂੰ ਜੋ ਚੰਗਾ ਲੱਗਦਾ, ਮੈਨੂੰ ਮੇਰੇ ਘਰ ਦੇ ਹੀ ਦੱਸ ਦਿੰਦੇ ਵੀ ਤੇਰਾ ਗਾਣਾ ਨਹੀਂ ਚੰਗਾ, ਤੂੰ ਆ ਗਾਣਾ ਰਹਿਣ ਦੇ। ਤਾਂ ਮੈਨੂੰ ਲੱਗਦਾ ਮੈਨੂੰ ਉੱਥੋਂ ਹੀ ਸਾਰਾ ਕੁਝ ਮਿਲ ਜਾਂਦਾ। ਮੈਨੂੰ ਕਿਸੇ ਤੋਂ ਪੁੱਛਣ ਦੀ, ਦੱਸਣ ਦੀ ਲੋੜ ਨਹੀਂ। ਮੇਰਾ ਕੀ ਕਸੂਰ, ਸਾਡਾ ਗਾਣਾ ਸੀ 99% ਲੋਕਾਂ ਨੇ ਉਹਦੇ ਹੱਕ 'ਚ ਬੋਲਿਆ। 1% ਲੋਕਾਂ ਨੂੰ ਚੰਗਾ ਲੱਗਾ ਤਾਂ ਉਹਨਾਂ ਦੀ ਪ੍ਰੋਬਲਮ ਆ, ਉਹ ਮੇਰੀ ਪ੍ਰੋਬਲਮ ਨਹੀਂ। ਉਹਨਾਂ ਨੂੰ ਟੇਸਟ ਚੇਂਜ ਕਰਨਾ ਚਾਹੀਦਾ, ਉਹਨਾਂ ਨੂੰ ਆਪਣਾ ਸਵਾਦ ਬਦਲਣਾ ਚਾਹੀਦਾ, ਚੰਗਾ ਸੁਣਨਾ ਚਾਹੀਦਾ, ਠੀਕ ਆ। ਸੋ ਦੂਜੀ ਸੈਂਸਰਸ਼ਿਪ ਦੀ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਪੰਜਾਬੀ ਮਿਊਜ਼ਿਕ ਦੇ ਵਿੱਚ ਜੇ ਸੈਂਸਰਸ਼ਿਪ ਬਣ ਵੀ ਗਿਆ ਤਾਂ ਇੱਥੇ ਜੈਕ ਬਹੁਤ ਚੱਲਦਾ। ਇੱਥੇ ਜਾਂ ਤਾਂ ਫਿਰ ਤੁਸੀਂ ਫਰਮੈਸ਼ਾਂ ਪਵਾ ਲਓਗੇ, ਜਾਂ ਤਾਂ ਫਿਰ ਸੈਂਸਰਸ਼ਿਪ ਇੰਨਾ ਸਟ੍ਰਿਕਟ ਹੋਵੇ ਵੀ ਯਾਰ ਨਹੀਂ ਕਰਨਾ ਤੇ ਇਹਦਾ ਗਾਣਾ ਨਹੀਂ ਆਉਣਾ, ਵੀ ਇਹ ਗਾਣਾ ਨਹੀਂ ਚੰਗਾ ਤੇ ਨਹੀਂ ਆਉਣਾ, ਜਾਂ ਫਿਰ ਉਹ ਹੋਵੇ। ਫਿਰ ਇੱਥੇ ਤਾਂ ਤੁਸੀਂ ਜਦ ਹੀ ਸ਼ਾਮਾਂ ਨੂੰ ਹੀ ਫੋਨ ਮਾਰ ਦੋਗੇ ਵੀ ਭਾਜੀ ਤੁਹਾਡੇ ਭਰਾ ਦਾ ਗਾਣਾ ਰੁਕ ਗਿਆ, ਰੁਕਣਾ ਚਾਹੀਦਾ ਭਾਜੀ, ਐਂ ਹੋ ਜਾਣਾ। ਆਪਣੇ ਤਾਂ ਇੱਥੇ ਕਿਸੇ ਦਾ ਚਲਾਨ ਹੋ ਜੇ ਤਾਂ ਜਦੇ ਫੋਨ ਲਾ ਦਿੰਦੇ ਆ ਤੇ ਗਾਣਾ ਕੋਈ ਰੁਕਣ ਦਊਗਾ? ਤੁਸੀਂ ਮੰਨਦੇ ਹੋ? ਇੱਥੇ ਤਾਂ ਹਰ ਬੰਦੇ ਦਾ ਆਪਣਾ ਚੱਲਦਾ ਨਾ, ਵੀ ਤੁਸੀਂ ਲਿੰਕ ਚੱਲਦੇ ਹੋ। ਸੋ ਇਹ ਤੁਸੀਂ ਇੱਥੇ ਨਹੀਂ ਰੋਕ ਸਕਦੇ ਇਸ ਚੀਜ਼ ਨੂੰ। ਜੋ ਚੱਲਦਾ ਚੱਲੀ ਜਾਣ ਦਿਓ, ਚੰਗਾ ਲੱਗਦਾ ਸੁਣੋ, ਨਹੀਂ ਚੰਗਾ ਲੱਗਦਾ ਨਾ ਸੁਣੋ। ਹੁਣ ਮੈਨੂੰ ਪਤਾ ਹੀ ਨਹੀਂ, ਮੈਂ ਬਹੁਤ ਸਾਰੇ ਗਾਣੇ ਨਹੀਂ ਸੁਣਦਾ ਅੱਜ ਦੇ ਦੌਰ ਦੇ, ਮੈਂ ਸੁਣਦਾ ਹੀ ਨਹੀਂ। ਮਤਲਬ ਮੈਨੂੰ 90% ਗਾਣਿਆਂ ਬਾਰੇ ਨਹੀਂ ਪਤਾ ਹੋਊਗਾ ਕਿਹਦਾ ਆ ਕਿਹਦਾ ਨਹੀਂ ਆ। ਤਾਂ ਉਹ ਮੇਰੀ ਪ੍ਰੋਬਲਮ ਆ ਜਾਂ ਮੇਰੀ ਆਪ ਦੀ ਲਾ ਲਓ ਵੀ ਕਮਜ਼ੋਰੀ ਆ। ਤਾਂ ਮਤਲਬ ਇਹ ਮੈਨੂੰ ਕੋਈ ਮੇਰੇ ਨਾਲ ਧੱਕਾ ਥੋੜੀ ਕਰਦਾ ਵੀ ਤੂੰ ਸੁਣ ਨਹੀਂ ਰਿਹਾ ਜਾਂ ਮੈਂ ਵੀ ਕਿਸੇ ਬਾਰੇ ਬੋਲੀ ਜਾਵਾਂ। ਜਦੋਂ ਮੈਂ ਸੁਣਦਾ ਹੀ ਨਹੀਂ, ਮੈਂ ਕਿਉਂ ਬੋਲੂੰਗਾ ਕਿਸੇ ਬਾਰੇ? ਸੋ ਕਿ ਇਹਨਾਂ ਚੀਜ਼ਾਂ ਤੇ ਗਾਇਕੀ ਦਾ ਮੁਕਾਬਲਾ ਨਾ ਗਿਣਿਆ ਕਰੋ ਕਿਸੇ ਨੂੰ ਵੀ। ਹੁਣ ਬਹੁਤ ਸਾਰੇ ਲੋਕ ਇੰਸਟਾ ਤੇ ਕਿਸੇ ਦੀ ਫੋਟੋ ਨਾਲ ਲਾ ਕੇ ਕਰ ਦਿੰਦੇ ਆ, A ਨੂੰ ਜਾਂ B ਨੂੰ ਵੋਟ ਕਰੋ। ਤਾਂ ਮੈਨੂੰ ਉਹ ਨਹੀਂ ਸਮਝ ਆਉਂਦੀ। ਪੁਰਾਣੇ ਕਲਾਕਾਰ ਦੇ ਨਾਲ ਨਵੇਂ ਕਲਾਕਾਰ ਦੀ ਫੋਟੋ ਲਾ ਕੇ ਕਹਿ ਦੇਣਗੇ ਇਹਦੇ ਬਾਰੇ ਦੱਸੋ। ਸੋ ਤੁਸੀਂ ਕਿਸੇ ਤੋਂ ਨਹੀਂ, ਹਾਂ ਦੇਖੋ, ਮੈਂ ਕਿਸੇ ਤੋਂ ਕੋਈ ਪੈਸੇ ਨਹੀਂ ਲੈਂਦਾ ਜਾਂ ਮੈਂ ਕਿਸੇ ਕਲਾਕਾਰ ਦੇ ਹੱਕ 'ਚ ਜਾਂ ਵਿਰੋਧ 'ਚ ਨਹੀਂ ਆ। ਪਰ ਮੈਂ ਗੱਲ ਇਹ ਕਰਦਾ ਕਿ ਜੇ ਵੱਡਿਆਂ ਨੇ, ਸੀਨੀਅਰਾਂ ਨੇ ਗਾ ਲਿਆ ਤਾਂ ਉਹਨਾਂ ਨੇ ਬਹੁਤ ਗਾ ਲਿਆ, ਉਹਨਾਂ 20-20 ਸਾਲ ਆਪਣੇ ਲੈਵਲ ਦਾ ਗਾ ਲਿਆ, ਉਹ ਅੱਜ ਵੀ ਗਾ ਰਹੇ ਆ। ਅੱਜ ਕੋਈ 2-4 ਗਾਣੇ ਕੱਢ ਕੇ ਕਿਸੇ ਨਵੇਂ ਨਾਲ ਮੁਕਾਬਲਾ ਨਹੀਂ ਕਰ ਸਕਦਾ, ਕਿਸੇ ਪੁਰਾਣੇ ਨਾਲ ਮੁਕਾਬਲਾ ਨਹੀਂ ਕਰ ਸਕਦਾ, ਸੌਰੀ ਟੂ ਸੇ। ਸੋ ਆਪਣਾ ਗਾਓ, ਆਪਣਾ ਕੰਮ ਕਰੋ। ਆਪਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਵੀ ਆਪਾਂ ਇੱਕ ਬੋਲੀ ਦੇ ਕਲਾਕਾਰ ਆ, ਪੰਜਾਬੀ ਬੋਲੀ ਦੇ ਕਲਾਕਾਰ ਆ। ਸਾਨੂੰ ਵਰਲਡ ਵਾਈਡ ਲੋਕ ਸੁਣ ਰਹੇ ਆ। ਤੁਸੀਂ ਆਪਣੇ ਗਾਣੇ ਗਾਓ। ਔਰ ਮੈਨੂੰ ਲੱਗਦਾ ਕਿ ਬਸ ਇਹੋ ਹੀ ਬੈਸਟ ਵੇ ਆ। ਔਰ ਮੇਰਾ ਪੁਆਇੰਟ ਇਹ ਆ ਵੀ ਗਾਇਕੀ ਦਾ ਕੋਈ ਮੁਕਾਬਲਾ ਨਹੀਂ। ਮੁਕਾਬਲਾ ਤਾਂ ਹੁੰਦਾ ਯੂਥ ਫੈਸਟੀਵਲਾਂ 'ਚ, ਜਿੱਥੇ 50-70 ਬੱਚੇ ਲੋਕ ਗੀਤ ਗਾਉਣ ਆਉਂਦੇ ਆ ਵੱਖ-ਵੱਖ ਕਾਲਜਾਂ 'ਚ। ਉੱਥੇ ਤੁਸੀਂ ਫਸਟ ਆਓ, ਉਹ ਮੁਕਾਬਲਾ ਹੈ, ਠੀਕ ਆ। ਗੀਤ ਗਜ਼ਲ ਦਾ ਮੁਕਾਬਲਾ ਹੋ ਸਕਦਾ, ਕਲਾਸੀਕਲ ਦਾ ਮੁਕਾਬਲਾ ਹੋ ਸਕਦਾ ਕਿ ਉੱਥੇ 40 ਬੱਚੇ ਫਲਾਣੇ APJ ਕਾਲਜ ਤੋਂ ਆਇਆ, ਉਹ ਕਾਲਜ ਤੋਂ ਆਇਆ, ਖਾਲਸਾ ਕਾਲਜ ਤੋਂ ਆਇਆ,
ਉੱਥੋਂ ਤੁਸੀਂ ਜਿੱਤ ਕੇ ਆਓ ਤੇ ਉਹ ਮੁਕਾਬਲਾ ਹੋ ਸਕਦਾ। ਇਹ ਮੁਕਾਬਲਾ ਨਹੀਂ ਵੀ ਤੁਸੀਂ ਡਾਂਗਾ ਸੁੱਟਿਆ ਆਪਣੀ ਯੁਰਤ ਆਪੇ ਮੈਂ ਰੱਜੀ ਪੁੱਜੀ, ਇੱਕ ਪੰਜਾਬੀ ਦੀ ਕਹਾਵਤ ਆ, ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ। ਤੁਸੀਂ ਆਪਣੇ ਆਪ ਨੂੰ ਆਪ ਹੀ ਵਡਿਆ ਕੇ ਕਹੀ ਜਾਓ ਵੀ ਮੈਂ ਬਹੁਤ ਵੱਡਾ ਤੇ ਮੇਰਾ ਮੁਕਾਬਲਾ ਕਰਕੇ ਦੱਸੋ, ਉਹ ਮੁਕਾਬਲਾ ਨਹੀਂ ਮੈਂ ਕਹਿੰਦਾ। ਮੁਕਾਬਲੇ ਦਾ ਮਤਲਬ ਤੇ ਇਹ ਹੈ ਵੀ ਜਾਂ ਤਾਂ ਤੁਸੀਂ ਇੱਕ ਸਟੇਜ ਲਾ ਲਓ, ਉੱਥੇ 5 ਬੰਦੇ ਬਿਠਾ ਲਓ ਜੱਜ, ਉੱਥੇ ਵੇਖ ਲਓ ਵੀ ਕਿਹੜਾ ਮਿਰਜ਼ਾ ਗਾ ਸਕਦਾ, ਕਿਹੜਾ ਦੁੱਲਾ ਗਾ ਸਕਦਾ, ਕਿਹਦੇ ਹਿੱਕ 'ਚ ਜ਼ੋਰ ਆ, ਕਿਹੜਾ ਹੇਕ ਲਾ ਸਕਦਾ, ਉੱਥੇ ਕਰ ਲਓ। ਐਂ ਤੁਸੀਂ ਆਪੇ ਹੀ ਆਪਣੇ ਆਪ ਨੂੰ ਬਾਦਸ਼ਾਹ ਘਵਾਉਣ ਦਾ ਫਾਇਦਾ ਕੋਈ ਨਹੀਂ। ਤੇ ਸੈਂਸਰ ਬੋਰਡ ਵਾਲਾ ਵੀ ਕੰਮ ਔਖਾ, ਇਹ ਤਾਂ ਪਤਾ ਨਹੀਂ ਕਦੋਂ ਹੋਊ ਕਦੋਂ ਨਹੀਂ। ਚਲੋ ਅਸੀਂ ਉਮੀਦ ਇਹ ਕਰਦੇ ਹਾਂ ਕਿ ਜੋ ਵੀ ਜਿੱਦਾਂ ਹੁਣ ਚਲੋ ਆਪਾਂ ਸ਼ੂਟਿੰਗਸ ਤੇ ਹੀ ਆ ਜਾਂਦੇ ਵਾਪਸ, ਸ਼ੂਟਿੰਗ ਜਦੋਂ ਦੁਬਾਰਾ ਸ਼ੁਰੂ ਹੋਣ ਹੁਣ ਵਧੀਆ ਕਿਉਂਕਿ ਬਹੁਤ ਸਾਰੇ ਲੋਕੀ ਹੁਣ ਫੈਡ ਅਪ ਹੋ ਚੁੱਕੇ ਹੈ ਇਹੋ ਜਿਹਾ ਲੋਕਡਾਊਨ ਦਾ ਮਾਹੌਲ ਦੇਖ ਕੇ, ਜਾਂ ਫਿਰ ਇਹ ਜਿਹੜਾ ਕਰਫਿਊ ਪਿੱਛੇ ਇੰਨਾ ਲੱਗਿਆ ਰਿਹਾ। ਸੋ ਸਾਰਿਆਂ ਨੂੰ ਚਾਹੀਦਾ ਕਿ ਕੁਝ ਨਾ ਕੁਝ ਰਿਫਰੈਸ਼ ਹੋਵਣ। ਤਾਂ ਆਪਾਂ ਚਾਹੁੰਦੇ ਹਾਂ ਕਿ ਫਿਲਮਾਂ ਦੀ ਸ਼ੂਟਿੰਗਸ ਜਿਹੜੀਆਂ ਹੈ ਉਹ ਪੂਰੀਆਂ ਹੋਣ ਤੇ ਫਿਲਮਾਂ ਜਿਹੜੀਆਂ ਉਹ ਬਿਲਕੁਲ ਸਾਡੇ ਤੱਕ ਪਹੁੰਚ ਸਕਣ। ਸੋ ਥੈਂਕ ਯੂ ਸੋ ਮਚ ਰਣਜੀਤ ਜੀ, ਤੁਸੀਂ ਸਾਡੇ ਨਾਲ ਸਾਨੂੰ ਆਪਣਾ ਟਾਈਮ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ। ਥੈਂਕਸ। ਸੋ ਇਹ ਸਨ ਸਾਡੇ ਨਾਲ ਰਣਜੀਤ ਬਾਵਾ ਜੀ। ਅਗਲੀ ਵਾਰ ਕਿਸੇ ਹੋਰ ਆਰਟਿਸਟ ਨੂੰ ਤੁਹਾਡੇ ਮੁਖਾਤਿਬ ਕਰਾਵਾਂਗੇ, ਪਰ ਉਦੋਂ ਤੱਕ ਦੇਸ਼ ਔਰ ਦੁਨੀਆ ਦੀ ਹਰ ਤਾਜ਼ਾ ਖਬਰ ਦੇ ਲਈ ਤੁਸੀਂ ਜਗਬਾਣੀ ਟੀਵੀ ਦੇ ਨਾਲ ਜੁੜੇ ਰਹੋ। ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।